ਹੈਲੋ ਦੋਸਤੋ, ਵੈਲਕਮ ਆ ਤੁਹਾਡੇ ਆਪਣੇ ਚੈਨਲ ਪ੍ਰੀਤ ਐਜੂਕੇਸ਼ਨ ਤੇ। ਜਿਵੇਂ ਕਿ ਤੁਸੀਂ ਸਭ ਨੇ ਥੰਬਨੇਲ ਦੇਖ ਲਿਆ ਹੋਣਾ, ਇਸ ਵਾਰ ਨੈਬ ਪਾਰ ਤਾਂ ਜਿੰਨਾ ਤੁਹਾਨੂੰ ਕਰਵਾਇਆ ਜਾਊਗਾ ਉਹਨਾਂ ਵੀ ਤੁਸੀਂ ਕਰ ਜਾਓ ਤਾਂ ਬੱਚੇ 95 ਤੋਂ 99% ਤੁਹਾਡਾ ਐਗਜ਼ਾਮ ਕਲੀਅਰ ਹੋ ਜਾਊਗਾ ਅਗਰ ਤੁਸੀਂ ਇੰਨਾ ਵੀ ਧਿਆਨ ਦੇ ਨਾਲ ਕਰਕੇ ਜਾਂਦੇ ਹੋ। ਆਪਾਂ ਹਾਈ ਲੈਵਲ ਦੇ ਜਿਹੜੇ ਸਟੇਟਮੈਂਟ ਵਾਲੇ MCQ ਹੋਣਗੇ ਪੋਲਿਟੀ ਦੇ, ਦੇਖੋ ਲਕਸ਼ਮੀ ਕਾਂਤ ਦੇ ਇਨਪੁਟਸ ਵੀ ਇਹਦੇ 'ਚ ਇਨਕਲੂਡ ਨੇ। ਇਹ ਨਹੀਂ ਹੈਗਾ ਵੀ ਤੁਹਾਨੂੰ ਸੈਪਰੇਟਲੀ ਇਹ ਬੁੱਕ ਪੜ੍ਹਨੀ ਪੈਣੀ ਆ, ਤਾਂ ਬੱਚੇ ਇਹਨਾਂ ਦਾ ਨਿਚੋੜ ਤੁਹਾਨੂੰ ਪ੍ਰੋਵਾਈਡ ਕਰਵਾਇਆ ਜਾਊਗਾ ਵਿਦ ਫੈਕਟ। ਆਪਣੇ ਆਪ ਤੁਸੀਂ ਪੜ੍ਹੋਗੇ, ਬਹੁਤ ਜ਼ਿਆਦਾ ਟਾਈਮ ਚਾਹੀਦਾ ਤੁਹਾਨੂੰ ਔਰ ਇਹ ਲੱਭਣ ਦੇ ਲਈ ਵੀ ਕਿਹੜੇ ਟੌਪਿਕ ਦੇ ਵਿੱਚੋਂ ਕੀ ਕੁਐਸਚਨ ਬਣ ਸਕਦਾ, ਤਾਂ ਕਰਕੇ ਤੁਹਾਨੂੰ ਇਹ ਵੀਡੀਓ ਬਹੁਤ ਜ਼ਿਆਦਾ ਹੈਲਪਫੁਲ ਰਹਿਣ ਵਾਲੀ ਆ। ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ। ਜਿਹੜੇ ਚੈਨਲ ਦੇ ਉੱਪਰ ਨਵੇਂ ਆ ਤਾਂ ਉਹ ਪਲੀਜ਼ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਵੀ ਸ਼ੇਅਰ ਜ਼ਰੂਰ ਕਰਨਾ। ਤਾਂ ਵੀਡੀਓ ਨੂੰ ਆਪਾਂ ਸਟਾਰਟ ਕਰਦੇ ਹਾਂ। ਦੇਖੋ ਇਹਦੇ 'ਚ ਆਪਾਂ ਤੁਹਾਡੇ ਲਈ MCQ ਰੱਖੇ ਨੇ ਜਿਹੜੇ ਪਹਿਲਾਂ ਪੇਪਰਾਂ ਦੇ ਵਿੱਚ ਆਏ ਹੋਏ ਆ। ਦੇਖੋ ਤੁਸੀਂ ਥੰਬਨੇਲ ਦੇ ਵਿੱਚ ਦੇਖਿਆ ਹੀ ਹੋਊਗਾ ਵੀ ਪੁਰਾਣੇ ਪੇਪਰਾਂ 'ਚ ਬਾਰ-ਬਾਰ ਆਏ ਹਾਈ ਲੈਵਲ MCQ। ਓਕੇ, ਤਾਂ ਪਹਿਲਾ ਕੁਐਸਚਨ ਆ, ਇਨ ਵਿਚ ਈਅਰ ਵਾਜ਼ ਜਨ ਗਨ ਮਨ ਅਡੋਪਟਡ ਐਜ਼ ਨੈਸ਼ਨਲ ਐਂਥਮ ਆਫ ਇੰਡੀਆ। ਪਹਿਲਾਂ ਕੁਐਸਚਨ ਤੋਂ ਤਾਂ ਇਹੀ ਕਲੀਅਰ ਹੋ ਗਿਆ ਵੀ ਆਪਣੀ ਕੰਟਰੀ ਦਾ ਜਿਹੜਾ ਨੈਸ਼ਨਲ ਐਂਥਮ ਆ ਉਹ ਕੀ ਆ, ਜਨ ਗਨ ਮਨ। ਇਹਦਾ ਕਲੀਅਰ ਆ। ਹੁਣ ਇਸ ਤੋਂ ਬਾਅਦ ਦੇ ਵਿੱਚ ਆਪਾਂ ਨੂੰ ਕੁਐਸਚਨ ਇਹ ਕਹਿੰਦਾ ਵੀ ਕਿਹੜੇ ਸਾਲ ਦੇ ਵਿੱਚ ਅਸੀਂ ਉਹਨੂੰ ਅਡੋਪਟ ਕੀਤਾ ਸਾਡੇ ਨੈਸ਼ਨਲ ਐਂਥਮ ਆਫ ਇੰਡੀਆ ਦੇ ਰੂਪ ਦੇ ਵਿੱਚ। ਤਾਂ ਦੇਖੋ ਪਹਿਲਾ ਕੁਐਸਚਨ ਆਪਾਂ ਡਿਸਕਸ ਕਰਕੇ ਫਿਰ ਆਪਾਂ ਕੌਨਸਟੀਟਿਊਸ਼ਨ ਦੇ ਕੁਝ ਫੈਕਟ ਨੇ ਜਿਹੜੇ ਉਹ ਕਰਾਂਗੇ। ਐਵੇਂ ਹੀ ਆਪਾਂ ਤੁਹਾਡੇ ਨਾਲ ਹਰ ਸਬਜੈਕਟ ਦੇ 10-15 MCQ ਪਲੱਸ ਉਹਦੇ ਫੈਕਟ ਜਿਹੜੇ ਇੰਪੋਰਟੈਂਟ ਹੋਣਗੇ ਤਾਂ ਉਹਨਾਂ ਨੂੰ ਤੁਹਾਡੇ ਨਾਲ ਡਿਸਕਸ ਕਰਨਾ। ਤਾਂ ਦੇਖੋ ਇਹਦਾ ਕਰੈਕਟ ਆਨਸਰ ਕੀ ਆ ਵੀ ਪਹਿਲਾਂ ਤਾਂ ਇਹ ਲਿਖਿਆ ਕਿਹਨਾਂ ਨੇ ਸੀ, ਰਵਿੰਦਰ ਨਾਥ ਟੈਗੋਰ ਜੀ ਨੇ। ਜਨ ਗਨ ਮਨ ਨੈਸ਼ਨਲ ਐਂਥਮ ਆ ਸਾਡਾ ਔਰ ਇਹ 1950 ਦੇ ਵਿੱਚ। ਤਾਂ ਹੁਣ ਆਪਣਾ ਜਿਹੜਾ ਸੰਵਿਧਾਨ ਆ, ਠੀਕ ਆ, ਤਾਂ ਆਪਣਾ ਸੰਵਿਧਾਨ ਜਨ ਗਨ, ਇਹਦਾ ਆਪਸ਼ਨ ਕੀ ਆ 1950। ਪਹਿਲਾਂ ਕਰੈਕਟ ਆਪਸ਼ਨ ਕੀ ਇਹਦੀ ਸੀ 1950 ਦੇ ਵਿੱਚ। ਤਾਂ ਜਨ ਗਨ ਮਨ ਸਾਡਾ ਨੈਸ਼ਨਲ ਐਂਥਮ ਆ, ਇਹ 24 ਜਨਵਰੀ 1950 ਨੂੰ 26 ਜਨਵਰੀ 1950 ਨੂੰ ਸਾਡਾ ਸੰਵਿਧਾਨ ਲਾਗੂ ਹੋ ਗਿਆ। ਸੰਵਿਧਾਨ ਲਾਗੂ ਹੋਣ ਤੋਂ 2 ਦਿਨ ਪਹਿਲਾਂ ਤਾਂ 24 ਜਨਵਰੀ 1950 ਨੂੰ ਇਹ ਅਡੋਪਟ ਕੀਤਾ ਜਾਂਦਾ ਨੈਸ਼ਨਲ ਐਂਥਮ ਦੇ ਰੂਪ ਦੇ ਵਿੱਚ। ਇੱਥੋਂ ਤੱਕ ਦਾ ਪੁਆਇੰਟ ਕਲੀਅਰ ਆ। ਇਸ ਤੋਂ ਬਾਅਦ ਇਹ ਵੀ ਦੇਖਣਾ ਜ਼ਰੂਰੀ ਆ ਵੀ ਇਹਨੂੰ ਪੂਰਾ ਕਰਨ ਦੇ ਲਈ ਕਿੰਨੇ ਸਕਿੰਟ ਦਾ ਸਮਾਂ ਵਾਈ ਲਾਅ ਚਾਹੀਦਾ ਸਾਨੂੰ, 52 ਸੈਕਿੰਡਸ। ਕਿੰਨਾਂ ਦੇ ਦੁਆਰਾ ਰਚਿਆ ਹੋਇਆ, ਰਵਿੰਦਰ ਨਾਥ ਟੈਗੋਰ ਦੇ ਦੁਆਰਾ। ਓਕੇ, ਤਾਂ ਹੁਣ ਇਹ ਤੋਂ ਬਾਅਦ ਆਪਾਂ ਹੋਰ ਇੱਕ ਗੱਲ ਕਰ ਲਈਏ ਜੇ ਸਟੇਟ ਐਂਬਲਮ ਜਾਂ ਫਿਰ ਆਪਣਾ ਜਿਹੜਾ ਨੈਸ਼ਨਲ ਐਂਬਲਮ ਚਿੰਨ੍ਹ ਆ ਉਹ ਕਿਹੜਾ ਗਾ, ਉਹ ਹੈਗਾ ਸਾਡਾ ਅਸ਼ੋਕ ਦੇ ਪਿੱਲਰ ਤੋਂ ਲਏ ਹੋਏ ਸਾਰਨਾਥ ਵਿੱਚੋਂ ਸੀਗਾ ਜਿਹੜਾ ਲਾਈਨ ਆ। ਅਸ਼ੋਕਾ ਦੇ ਪਿੱਲਰ ਤੋਂ ਨਹੀਂ ਲਏ ਆਪਾਂ, ਸਾਰਨਾਥ ਆਪਾਂ ਤੁਹਾਨੂੰ ਹਿਸਟਰੀ ਦੀ ਕਲਾਸ ਦੇ ਵਿੱਚ ਕਰਾਇਆ ਸੀ। ਸਾਰਨਾਥ ਇਹ ਕਿੱਥੇ ਆ, ਵਾਰਾਣਸੀ। ਤਾਂ ਇਹਦੇ 'ਚ ਲਾਇਨਸ ਵਾਲਾ ਮੂੰਹ ਆ। ਤਾਂ ਇਹ ਸਮੇਂ ਜਦੋਂ ਇਹ ਕੀਤਾ ਗਿਆ ਅਡੋਪਟ 24 ਜਨਵਰੀ ਨੂੰ, ਅਤੇ ਜਿਹੜਾ ਆਪਣਾ ਸਟੇਟ ਐਂਬਲਮ ਸੀ ਇਹ ਤੋਂ 2 ਦਿਨ ਬਾਅਦ ਯਾਨੀ ਕਿ 26 ਜਨਵਰੀ 1950 ਨੂੰ। ਆਹ ਦੋ ਚੀਜ਼ਾਂ ਤੁਹਾਨੂੰ ਕਲੀਅਰ ਨੇ। ਤਾਂ ਹੁਣ ਕੁਝ ਕੁ ਫੈਕਟ ਇਹਨਾਂ ਦੇ ਬਾਰੇ ਆਪਾਂ ਹੋਰ ਦੇਖ ਲਈਏ। ਆਹ ਜਨ ਗਨ ਮਨ ਪੂਰਾ ਆਪਣਾ ਨੈਸ਼ਨਲ ਐਂਥਮ ਆਫ ਇੰਡੀਆ ਜੇ ਆਉਂਦਾ ਤਾਂ ਸਭ ਨੂੰ ਆਉਣਾ ਚਾਹੀਦਾ। ਵੈਸੇ ਆਪਣੀ ਕੰਟਰੀ ਦਾ ਨੈਸ਼ਨਲ ਐਂਥਮ ਆ, ਬੱਚੇ ਨੂੰ ਆਉਣਾ ਚਾਹੀਦਾ ਕਿਉਂਕਿ ਸਕੂਲ ਦੇ ਵਿੱਚ ਸਰਕਾਰੀ ਪ੍ਰਾਈਵੇਟ ਈਵਨ ਕੋਈ ਵੀ ਸਕੂਲ ਆ ਸਭ ਦੇ ਵਿੱਚ ਕਰਵਾਇਆ ਜਾਣਾ ਜ਼ਰੂਰੀ ਆ। ਔਰ ਤੁਹਾਡੀ ਨੌਲੇਜ ਦੇ ਲਈ ਜਿਹੜੇ ਪ੍ਰਾਈਵੇਟ ਸਕੂਲ ਆ ਉਹ ਕੁਛ ਵੀ ਕਰਵਾ ਸਕਦੇ ਆ, ਬਟ ਸਰਕਾਰੀ ਸਕੂਲ ਦੇ ਵਿੱਚ ਅਗਰ ਕੋਈ ਸਿੱਖ ਧਰਮ ਦਾ ਜਾਂ ਫਿਰ ਹਿੰਦੂ ਧਰਮ ਦਾ ਕੁਝ ਵੀ ਕਰਵਾਇਆ ਜਾਂਦਾ ਅਸੈਂਬਲੀ ਦੇ ਦੌਰਾਨ ਤਾਂ ਉਹਦੇ 'ਚ ਫੋਰਸ ਨਹੀਂ ਕੀਤਾ ਜਾ ਸਕਦਾ ਕਿਸੇ ਬੱਚੇ ਨੂੰ ਜਨ ਗਨ ਮਨ ਤੋਂ ਬਿਨਾਂ ਵੀ ਤੁਸੀਂ ਆਹ ਚੀਜ਼ ਨੂੰ ਗਾਇਨ ਕਰਨਾ ਹੀ ਕਰਨਾ। ਤਾਂ ਨੈਸ਼ਨਲ ਐਂਥਮ ਇਹਨੂੰ ਕਰਨ ਦੇ ਲਈ ਪੂਰਾ ਸਾਨੂੰ ਕਿੰਨੇ ਚਾਹੀਦੇ ਆ, 52 ਸੈਕਿੰਡਸ ਦਾ ਟਾਈਮ ਆ ਜਿਹੜਾ ਉਹ ਲੱਗਣਾ ਚਾਹੀਦਾ। ਕਿਸ ਦੁਆਰਾ ਰਚਿਆ ਗਿਆ, ਰਵਿੰਦਰ ਨਾਥ ਟੈਗੋਰ ਜੀਆਂ ਦੁਆਰਾ। ਵੈਸੇ ਇਹਦੇ ਇਕੱਲੇ ਸ਼ਬਦ ਦਾ ਮਤਲਬ ਆ ਕਿਉਂਕਿ ਪੂਰੇ ਇੰਡੀਆ ਨੂੰ ਇਹ ਕਵਰ ਕਰਦਾ। ਬਾਕੀ ਹੁਣ ਆਪਾਂ ਦੇਖੋ ਹੋਰ ਕੁਝ ਕੁ ਫੈਕਟ ਦੀ ਗੱਲ ਕਰੀਏ। ਆਪਣਾ ਸੰਵਿਧਾਨ ਅਡੋਪਟ ਕੀਤਾ ਗਿਆ ਕਦੋਂ ਅਡੋਪਟ ਕੀਤਾ, 26 ਨਵੰਬਰ 1949। ਬਹੁਤ ਚੀਜ਼ਾਂ ਆਪਣੇ 26 ਨਵੰਬਰ ਨੂੰ ਹੀ ਹੋਈਆਂ, 26 ਨਵੰਬਰ 1949 ਨੂੰ। ਤਾਂ ਇਹਨੂੰ ਸਮਾਂ ਕਿੰਨਾ ਲੱਗਿਆ ਸੀ ਬਣਨ ਦੇ ਲਈ। ਦੇਖੋ ਬੱਚੇ ਬੇਸਿਕ ਫੈਕਟ ਹੁੰਦੇ ਆ ਪਰ ਬਈ ਬੱਚੇ ਇਹੋ ਜਿਹੇ ਵੀ ਹੁੰਦੇ ਨੇ ਜਿਨ੍ਹਾਂ ਨੂੰ ਇਹ ਚੀਜ਼ਾਂ ਨਹੀਂ ਧਿਆਨ ਦੇ ਵਿੱਚ ਹੁੰਦੀਆਂ, ਤਾਂ ਜਿਨ੍ਹਾਂ ਨੂੰ ਪਤਾ ਉਹਨਾਂ ਦਾ ਤਾਂ ਰਿਵੀਜ਼ਨ ਪੱਕੀ ਹੋ ਰਹੀ ਹੈ ਨਾ। ਤਾਂ ਇਹਨੂੰ ਟਾਈਮ ਲੱਗਿਆ 2 years 11 months and 18 days। ਤਾਂ ਇਹ ਸਮਾਂ ਲੱਗਿਆ ਆਪਣੇ ਸੰਵਿਧਾਨ ਨੂੰ ਤਿਆਰ ਹੋਣ ਨੂੰ। ਤਾਂ ਜਦੋਂ ਇਹ ਕੀਤਾ ਲਾਸਟ ਸੈਸ਼ਨ ਇਹਦਾ ਕਦੋਂ ਹੋਇਆ, ਜਿਹੜੀ ਅਸੈਂਬਲੀ ਸੀ ਬਣੀ ਆਪਣੀ, ਤਾਂ ਉਹਦਾ ਲਾਸਟ ਸੈਸ਼ਨ ਕਦੋਂ ਹੋਇਆ, ਕਿਹੜਾ ਸੀਗਾ ਉਹ, 11ਵਾਂ ਸੈਸ਼ਨ ਕਦੋਂ ਹੋਇਆ, ਇਹ ਵੀ 26 ਨੂੰ ਹੋਇਆ, 26 ਨਵੰਬਰ 1949।
49 मतलब कि ਇਦੋਂ ਹੀ ਇਹਨੂੰ ਅਡੋਪਟ ਕੀਤਾ ਗਿਆ ਸੀ। ਤਾਂ ਜਦੋਂ ਇਹਦੇ 'ਤੇ ਸਾਈਨ ਕਰੇ ਸਭ ਨੇ, ਜਦੋਂ ਇਹਨੇ ਸਾਈਨ ਕਰੇ ਇਹ ਹੋਏ ਸੀ 24 ਜਨਵਰੀ 1950 ਨੂੰ, ਜਦੋਂ ਅਸੀਂ ਸਾਡਾ ਨੈਸ਼ਨਲ ਐਂਥਮ ਆ ਜਿਹੜਾ ਉਹਨੂੰ ਅਡੋਪਟ ਕੀਤਾ ਗਾ। ਇਸ ਤੋਂ ਬਾਅਦ ਇੱਕ ਤੁਸੀਂ ਇਹ 'ਚ ਹੋਰ ਧਿਆਨ ਦੇ ਵਿੱਚ ਰੱਖ ਲਿਓ ਵੀ ਇਹਦੀ ਜਿਹੜੀ 3rd ਰੀਡਿੰਗ ਹੋਈ ਸੀ, ਸੰਵਿਧਾਨ ਦੀਆਂ ਰੀਡਿੰਗਾਂ ਹੋਈਆਂ ਸੀਗੀਆਂ ਜਿਵੇਂ ਕਿਸੇ ਬਿੱਲ ਦੀਆਂ ਹੁੰਦੀਆਂ, ਤਾਂ 3rd ਰੀਡਿੰਗ ਕਦੋਂ ਹੁੰਦੀ ਆ? 17 ਨਵੰਬਰ 1949 ਤੋਂ ਲੈ ਕੇ 26 ਨਵੰਬਰ 1949। ਤਾਂ ਹੀ ਫਿਰ ਇੱਥੇ ਜਾ ਕੇ ਇਹ 26 ਨਵੰਬਰ 1949 ਨੂੰ ਉਹ ਕਰਦੇ ਆ, ਠੀਕ ਆ, ਅਡੋਪਟ ਕਰ ਲੈਂਦੇ ਆ। ਇੱਥੋਂ ਇਹਨਾਂ ਨੇ ਸਾਰਿਆਂ ਨੇ ਸਾਈਨ ਕਰੇ ਸੀ। ਤਾਂ ਹੁਣ ਇਹਦੇ 'ਚ ਆਪਾਂ ਦੇਖੀਏ ਵੀ 26 ਜਨਵਰੀ ਕਿਉਂ ਰੱਖੀ ਇੰਡੀਪੈਂਡੈਂਟ ਡੇ ਦੇ ਲਈ। ਬੱਚਿਆਂ ਇਹਨੂੰ ਤੁਸੀਂ ਨੋਟ ਕਰ ਲਿਆ ਹੋਊਗਾ ਜਾਂ ਫਿਰ ਤੁਸੀਂ ਇਹਦਾ ਸਕਰੀਨਸ਼ਾਟ ਕਰਨਾ ਕਰ ਸਕਦੇ ਹੋ। ਚਲੋ ਇੱਥੇ ਆਪਾਂ ਲਿਖ ਲੈਂਦੇ ਇੱਧਰਲੀ ਸਾਈਡ 'ਤੇ। ਤਾਂ ਹੁਣ ਜਿਹੜਾ 26 ਜਨਵਰੀ ਹੀ ਅਸੀਂ ਕਿਉਂ ਰੱਖੀ ਆ, ਦੇਖੋ ਇਹਦੇ ਪਿੱਛੇ ਵੀ ਫੈਕਟ ਆ, ਕਿਉਂਕਿ ਪੂਰਨ ਸਵਰਾਜ ਦੀ ਘੋਸ਼ਣਾ ਡੈਕਲੇਰੇਸ਼ਨ ਕੀਤੀ ਸੀ ਕਿਹਨੇ? INC, ਇੰਡੀਅਨ ਨੈਸ਼ਨਲ ਕਾਂਗਰਸ, ਅਤੇ ਇਹਦੀ ਸਥਾਪਨਾ 1885 ਦੇ ਵਿੱਚ AO ਹਿਊਮ ਨੇ ਕਰੀ ਸੀ, ਠੀਕ ਆ। ਤਾਂ ਇਹ ਇੱਕ ਵੈਸੇ ਹਿਸਟਰੀ ਦਾ ਫੈਕਟ ਆ, ਤਾਂ ਆਪਾਂ ਚਲੋ ਇਹ 'ਚ ਦੇਖ ਲਿਆ। ਇੰਡੀਅਨ ਨੈਸ਼ਨਲ ਕਾਂਗਰਸ ਨੇ ਤਾਂ ਸੈਸ਼ਨ ਕਿੱਥੇ ਹੋਇਆ ਸੀ ਉਹਨਾਂ ਦਾ? ਲਾਹੌਰ ਸੈਸ਼ਨ ਸੀਗਾ। ਤਕਰੀਬਨ ਇਹਨਾਂ ਦੇ ਸਾਰੇ ਸੈਸ਼ਨ ਦਸੰਬਰ ਦੇ ਵਿੱਚ ਹੁੰਦੇ ਸੀ। ਦਸੰਬਰ ਇਹ 1929 ਦੀ ਗੱਲ ਆ। ਉਦੋਂ ਉਹਨਾਂ ਨੇ 26 ਜਨਵਰੀ ਰੱਖੀ ਸੀ, ਤਾਂ ਕਰਕੇ 26 ਜਨਵਰੀ ਨੂੰ ਹੀ ਇਹ ਡੇ ਆ ਜਿਹੜਾ ਉਹ ਰੱਖਿਆ ਗਿਆ ਗਾ। ਉਮੀਦ ਕਰਦਾ ਵੀ ਤੁਹਾਨੂੰ ਪਹਿਲਾ ਕੁਐਸਚਨ ਅਤੇ ਉਹਦੇ ਨਾਲ ਜੁੜੇ ਹੋਏ ਫੈਕਟ ਕਲੀਅਰ ਹੋਣਗੇ। ਬੱਚੇ ਅਗਰ ਵੀਡੀਓ ਔਰ ਕੰਟੈਂਟ ਤੁਹਾਨੂੰ ਪਸੰਦ ਆ ਰਿਹਾ, ਸਮਝ ਆ ਰਿਹਾ, ਤਾਂ ਤੁਸੀਂ ਪਲੀਜ਼ ਵੀਡੀਓ ਦੌਰਾਨ ਹੀ ਵੀਡੀਓ ਨੂੰ ਲਾਈਕ ਕਰੋ ਔਰ ਕਮੈਂਟ ਕਰਕੇ ਆਪਣਾ ਫੀਡਬੈਕ ਜ਼ਰੂਰ ਸਾਰਿਆਂ ਨੇ ਦੇਣਾ। ਜਿਹੜੇ ਚੈਨਲ ਦੇ ਉੱਤੇ ਨਵੇਂ ਨੇ ਤਾਂ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਤਾਂ ਆਹ ਸੀ ਪਹਿਲੇ ਕੁਐਸਚਨ ਦੇ ਫੈਕਟ। ਇਹ ਤੋਂ ਬਿਨਾਂ ਆਪਾਂ ਇੱਕ ਹੋਰ ਦੇਖਣਾ, ਉਹ ਵੀ ਆਪਣੇ ਇਹਨਾਂ ਚਿੰਨ੍ਹਾਂ ਨੂੰ ਲੈ ਕੇ ਆ। ਇਸ ਤੋਂ ਬਾਅਦ ਆਪਾਂ ਕੌਂਸਟੀਟਿਊਸ਼ਨ ਦੇ ਕੁਝ ਫੈਕਟ ਨੇ ਜਿਹੜੇ ਉਹਨਾਂ ਨੂੰ ਦੇਖਾਂਗੇ। ਤਾਂ ਦੂਸਰਾ ਕੁਐਸਚਨ ਦੇਖੋ ਕੀ ਕਹਿੰਦਾ, ਹੂ ਵਾਜ਼ ਦਾ ਚੇਅਰਮੈਨ, ਮਤਲਬ ਕਿ ਜਿਹੜੀ ਆਪਣੀ ਨੈਸ਼ਨਲ ਫਲੈਗ ਕਮੇਟੀ ਬਣੀ, ਰਾਸ਼ਟਰੀ ਝੰਡਾ ਕਮੇਟੀ ਬਣੀ, ਤਾਂ ਉਹਦੇ ਬਾਰੇ ਕੁਐਸਚਨ ਆ ਵੀ ਉਹਦੇ ਜਿਹੜੇ ਚੇਅਰਮੈਨ ਸੀਗੇ ਅਤੇ ਉਹ ਕਿਹੜੇ ਸੀ, ਠੀਕ ਆ। ਤਾਂ ਇਹਦੇ 'ਚ ਦੇਖੋ 4 ਆਪਸ਼ਨਾਂ ਨੇ, ਸੀ ਰਾਜਗੋਪਾਲਚਾਰੀ, ਡਾਕਟਰ ਰਜਿੰਦਰ ਪ੍ਰਸਾਦ, ਜੇ ਬੀ ਕਿਰਪਲਾਨੀ, ਜਾਂ ਫਿਰ ਇਹਨਾਂ ਦੇ ਵਿੱਚੋਂ ਕੋਈ ਨਹੀਂ। ਤਾਂ ਹੁਣ ਦੇਖੋ ਇਹਦਾ ਜਿਹੜਾ ਕਰੈਕਟ ਆਨਸਰ ਆ ਉਹ ਹੈਗਾ ਡਾਕਟਰ ਰਾਜਿੰਦਰ ਪ੍ਰਸਾਦ। ਤਾਂ ਹੁਣ ਤੁਹਾਨੂੰ ਆਪਣੇ ਫਲੈਗ ਦੇ ਬਾਰੇ ਸਭ ਨੂੰ ਪਤਾ ਹੋਊਗਾ, ਓਕੇ। ਤਾਂ ਨੈਸ਼ਨਲ ਫਲੈਗ ਦੇ ਜਦੋਂ ਚੌਥਾ ਸੈਸ਼ਨ ਚੱਲ ਰਿਹਾ ਸੀ ਇਹਦਾ, ਤਾਂ ਚੌਥੇ ਸੈਸ਼ਨ ਦੇ ਵਿੱਚ ਅਡੋਪਟ ਕੀਤਾ ਗਿਆ ਇਹ ਕਦੋਂ? 22 ਜੁਲਾਈ, ਕਿਉਂਕਿ ਇਹਦੇ ਵਿੱਚੋਂ ਇਹ ਫੈਕਟ ਪੁੱਛੇ ਜਾਂਦੇ ਆ ਬੱਚੇ, ਤਾਂ ਕਰਕੇ ਤੁਹਾਨੂੰ ਕਰਵਾਏ ਜਾ ਰਹੇ ਆ। 22 ਜੁਲਾਈ 1947 ਨੂੰ। ਦੇਖੋ ਇਹਦੇ 'ਚ ਕਦੋਂ? 22 ਜੁਲਾਈ 1947। ਇਹਦੇ ਲਈ ਕਮੇਟੀਆਂ ਬਣਦੀਆਂ ਸੀ 2। ਕਿੰਨੀਆਂ ਕਮੇਟੀਆਂ ਬਣੀਆਂ ਸੀ? 2 ਫਲੈਗ ਕਮੇਟੀਆਂ ਬਣੀਆਂ ਨੇ ਹਜੇ ਤੱਕ, ਠੀਕ ਆ। 2 ਫਲੈਗ ਕਮੇਟੀਆਂ ਬਣੀਆਂ ਨੇ। ਇੱਕ ਕਮੇਟੀ ਬਣੀ ਸੀ, ਮਤਲਬ ਉਹ ਹਿਸਟਰੀ ਦੇ ਵਿੱਚ ਆ, ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਦੀ ਗੱਲ ਆ, ਉਹ ਬਣੀ ਸੀ 2 ਅਪ੍ਰੈਲ ਨੂੰ 1931। ਉਦੋਂ ਬਣੀ ਸੀ। ਉਦੋਂ ਕਿੱਥੇ ਸੈਸ਼ਨ ਸੀਗਾ? ਕਰਾਚੀ ਦੇ ਵਿੱਚ। ਕਰਾਚੀ ਸੈਸ਼ਨ ਦੇ ਵਿੱਚ ਸੀ। ਉਦੋਂ ਕਿਹਦੇ ਅੰਡਰ ਸੀ ਇਹ? ਸਰਦਾਰ ਵੱਲਭ ਭਾਈ ਪਟੇਲ। ਤਾਂ ਇਹ ਤਾਂ ਉਹਨਾਂ ਦੀ ਲੀਡਰਸ਼ਿਪ ਦੇ ਵਿੱਚ ਬਣੀ ਸੀ, ਜਿਹੜੀ ਪਹਿਲੀ ਬਣੀ ਸੀ। ਅਤੇ ਜਿਹੜੀ ਦੀ ਆਪਾਂ ਹੁਣ ਗੱਲ ਕਰ ਰਹੇ ਹਾਂ ਆਪਣੇ ਸੰਵਿਧਾਨ ਵੇਲੇ, ਇਹ ਵਾਲੀ ਬਣੀ ਸੀ ਦੂਸਰੇ ਨੰਬਰ ਦੀ। ਇਹਨੂੰ ਕਿਹਾ ਜਾਂਦਾ ਐਡਹੌਕ ਕਮੇਟੀ ਬਣੀ ਜਿਹੜੀ ਨੈਸ਼ਨਲ ਫਲੈਗ 'ਤੇ, ਇਹ ਬਣੀ ਸੀ 23 ਜੂਨ 1947 ਨੂੰ। 23 ਜੂਨ 1947 ਇੱਥੇ ਤਾਂ ਇਹ ਚੀਜ਼ ਨੂੰ ਅਡੋਪਟ ਹੀ ਕਰ ਰਹੇ ਨੇ ਇਹ, ਠੀਕ ਆ। ਤਾਂ 23 ਜੂਨ 1947 ਨੂੰ ਇਹ ਵਾਲੀ ਬਣੀ ਸੀ। ਇਹਦੇ ਚੇਅਰਮੈਨ ਸੀਗੇ ਜਿਹੜੇ, ਉਹ ਸੀਗੇ ਡਾਕਟਰ ਰਾਜਿੰਦਰ ਪ੍ਰਸਾਦ। ਤਾਂ ਬੱਚੇ ਆਹ ਫੈਕਟ ਤਾਂ ਤੁਹਾਨੂੰ ਇਹਦਾ ਕਲੀਅਰ ਹੋ ਗਿਆ ਹੋਊਗਾ। ਚਲੋ ਤਾਂ ਹੁਣ ਇਹਨੂੰ ਲੈ ਕੇ ਆਪਾਂ ਕੁਝ ਕੁ ਫੈਕਟ ਹੋਰ ਦੇਖ ਲਈਏ। ਜਿਹੜਾ ਆਪਣੇ ਤਿਰੰਗੇ ਦਾ ਡਿਜ਼ਾਈਨ ਆ ਉਹ ਕਿਹਨਾਂ ਦੇ ਦੁਆਰਾ ਦਿੱਤਾ ਪਿਆ? ਪਿੰਗਲੀ ਵੈਂਕਈਆ ਨਾਇਡੂ, ਇਹਨਾਂ ਦੇ ਦੁਆਰਾ। ਔਰ ਇਹ ਇੱਕ ਕੌਣ ਸੀਗੇ? ਇੰਡੀਅਨ ਫਰੀਡਮ ਫਾਈਟਰ ਸੀਗੇ, ਕਿੱਥੋਂ? ਆਂਧਰਾ ਪ੍ਰਦੇਸ਼ ਤੋਂ। ਬਸ ਇਹਨਾਂ ਦੇ ਬਾਰੇ ਇੰਨਾ ਕੁ ਫੈਕਟ ਧਿਆਨ 'ਚ ਰੱਖਿਓ। ਔਰ ਆਪਣਾ ਕਾਹਦਾ ਬਣਦਾ ਝੰਡਾ? ਖਾਦੀ ਦਾ ਬਣਦਾ ਗਾ। ਇਹਦੇ ਲਈ ਇੱਕ ਹੋਰ ਗੱਲ ਆ, ਕਰਨਾਟਕਾ ਖਾਦੀ ਗ੍ਰਾਮ ਉਦਯੋਗ ਸੰਯੁਕਤ ਸੰਘ ਇਜ਼ ਓਨਲੀ ਯੂਨਿਟ ਇਨ ਇੰਡੀਆ ਦੈਟ, ਮਤਲਬ ਕਿ ਸਪਲਾਈ ਮੈਨੂਫੈਕਚਰ ਕਰਦੀ ਹੈ ਫਲੈਗ ਆਫ ਇੰਡੀਆ। ਆਹ ਫੈਕਟ ਨੇ ਇਹਨਾਂ ਦੇ ਬਾਰੇ। ਅਤੇ ਇਹਦੇ 'ਚ ਜਿਹੜੇ ਰੰਗ ਵਗੈਰਾ ਨੇ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਨੇ।
ਤਾਂ ਇਹਦੇ 'ਚ ਜਿਹੜਾ ਵਾਈਟ ਬੈਂਡ ਸੀਗਾ ਉਹ ਕਿਹਨਾਂ ਦੇ ਦੁਆਰਾ ਕੀਤਾ ਗਿਆ ਸੀਗਾ, ਮਹਾਤਮਾ ਗਾਂਧੀ ਜੀ ਦੁਆਰਾ। ਤਾਂ ਆਹ ਚੀਜ਼ ਸੀਗੀ, ਤੁਸੀਂ ਇਹਨੂੰ ਵੀ ਆਪਣਾ ਇੱਕ ਵਾਰ ਤੋਂ ਨੋਟ ਕਰ ਲਿਓ। ਤਾਂ ਜਿਹੜੇ ਸੀਗੇ ਪਿੰਗਲੀ ਵੈਂਕਈਆ ਨਾਇਡੂ ਉਹ 1963 ਦੇ ਵਿੱਚ ਪਾਸਿਸ ਵੇ ਹੋਏ ਸੀ, ਔਰ ਉਹਨਾਂ ਤੋਂ ਮਰਨ ਉਪਰੰਤ 2009 ਦੇ ਵਿੱਚ ਉਹਨਾਂ ਦੇ ਨਾਮ 'ਤੇ ਸਟੈਂਪ ਕੀਤੀ ਗਈ ਸੀ, ਸਟੈਂਪ ਜਾਰੀ ਕਰਦੀ ਆ ਜਿਹੜੀ ਕਿ ਸਰਕਾਰ। ਉਹਨਾਂ ਦਾ ਕੰਟਰੀਬਿਊਸ਼ਨ ਸੀਗਾ ਜਿਹੜਾ ਫਰੀडम ਸਟਰਗਲ ਦੇ ਲਈ। ਤਾਂ 2014 ਦੇ ਵਿੱਚ ਭਾਰਤ ਰਤਨ ਦੇ ਲਈ ਵੀ ਉਹਨਾਂ ਦਾ ਨਾਮ ਸੀ ਜਿਹੜਾ ਰਿਕਮੈਂਡ ਕੀਤਾ ਗਿਆ। ਆਹ ਫੈਕਟ ਨੇ ਬੱਚੇ ਸਕਰੀਨਸ਼ਾਟ ਕਰ ਸਕਦੇ ਹੋ। ਆਹ ਤੁਹਾਡੇ ਸਾਹਮਣੇ ਮੈਂ ਤੁਹਾਨੂੰ ਇਹਨਾਂ ਦੇ ਬਾਰੇ ਆਲਰੇਡੀ ਪਹਿਲਾਂ ਹਿਸਟਰੀ ਦੀ ਵੀਡੀਓ ਦੇ ਵਿੱਚ ਕਰਵਾਇਆ ਹੋਇਆ, ਸਾਰੇ ਬਹੁਤ ਡਿਟੇਲ ਦੇ ਵਿੱਚ ਕਰਵਾਏ ਵਿਆ ਵੀ ਕਿਹੜਾ ਕਿਸ ਦੁਆਰਾ ਕੀ ਹੋਇਆ। ਤਾਂ ਆਹ ਆਪਣੇ ਝੰਡਿਆਂ ਦੇ ਡਿਜ਼ਾਈਨ ਸੀ ਜਿਹੜੇ ਪਹਿਲਾਂ ਪੇਸ਼ ਕੀਤੇ ਗਏ ਆ। 1906 ਦੇ ਵਿੱਚ ਆਇਆ ਸੀ ਫਸਟ ਇੰਡੀਅਨ ਨੈਸ਼ਨਲ ਫਲੈਗ ਇਨ ਇੰਡੀਆ, ਹੋਸਟਡ ਅਗਸਤ 7 ਨੂੰ 1906 ਦੇ ਵਿੱਚ ਇਨ ਦਾ ਪਾਰਸੀ ਵਿਗਨ ਸਕੁਆਇਰ, ਗ੍ਰੀਨ ਪਾਰਕ, ਕਲਕੱਤਾ। ਬਸ ਇੰਨਾ ਨਹੀਂ ਯਾਦ ਰੱਖਣਾ ਵੀ 1906 ਦੇ ਵਿੱਚ ਕਲਕੱਤੇ ਵਿਖੇ ਅਗਸਤ 7 ਜੇ ਤਰੀਕ ਆਉਂਦੀ ਆ ਤਾਂ ਉਦੋਂ ਇਹ ਫਹਿਰਾਇਆ ਗਿਆ ਸੀ। ਫਿਰ ਇਸ ਤੋਂ ਬਾਅਦ ਆਇਆ ਬੰਦੇ ਮਾਤਰਮ। ਦੇਖੋ ਆ ਇਹਦੇ 'ਚ ਉੱਪਰ ਚੇਂਜ ਹੋ ਗਿਆ ਨਾ, ਔਰ ਆ ਨੀਚੇ ਵਾਲਾ ਵੀ ਚੇਂਜ ਹੋ ਗਿਆ। ਤਾਂ ਇਹਦੇ 'ਚ ਕਲਰ ਵੀ ਚੇਂਜ ਹੋ ਰਹੇ ਨੇ। ਤਾਂ ਇਹਨੂੰ ਦੇਖਣਾ, ਇਹ 1907 ਦੇ ਵਿੱਚ ਸੀਗਾ। ਫਿਰ ਇਸ ਤੋਂ ਬਾਅਦ ਆਹ ਵਾਲਾ ਝੰਡਾ ਆਇਆ ਅਤੇ ਦੈਨ ਹੁਣ ਫਾਈਨਲੀ ਆਪਣੇ ਕੋਲ ਆਹ ਆਪਣਾ ਕੰਟਰੀ ਦਾ ਨੈਸ਼ਨਲ ਫਲੈਗ ਆ। ਡਨ। ਹੋਰ ਦ ਆਈਡੀਆ ਆਫ ਦਾ ਪ੍ਰੈਂਬਲ ਹੈਜ਼ ਬੀਨ ਬੋਰੋਡ ਫਰੋਮ। ਹੁਣ ਪ੍ਰੈਂਬਲ ਦੀ ਗੱਲ ਕਰੀਏ ਤਾਂ ਇਹਦੇ ਬਾਰੇ ਆ ਗਿਆ। ਇਹ ਤੋਂ ਪਹਿਲਾਂ ਆਪਾਂ ਕਿਹਾ ਸੀ ਵੀ ਆਪਾਂ ਕੌਨਸਟੀਟਿਊਸ਼ਨ ਦੇ ਬਾਰੇ ਜਿਹੜੇ ਕੁਝ ਫੈਕਟ ਨੇ ਉਹਨਾਂ ਦੇ ਬਾਰੇ ਗੱਲ ਕਰਨੀ ਆ। ਦੇਖੋ ਕਿਸੇ ਵੀ ਕੰਟਰੀ ਦੇ ਵਿੱਚ ਜੇ ਤਾਂ ਰਾਜੇ ਦਾ ਸ਼ਾਸਨ ਚੱਲਦਾ ਤਾਂ ਉਹ ਤਾਂ ਹੋ ਗਿਆ ਇੱਕ ਤਾਨਾਸ਼ਾਹ ਸਿਸਟਮ। ਤਾਂ ਉਹ ਤੋਂ ਬਿਨਾਂ ਜੇ ਆਪਣੀ ਕੰਟਰੀ ਨੂੰ ਚਲਾਉਣ ਦੇ ਲਈ ਇੱਕ ਰੂਲ ਰੈਗੂਲੇਸ਼ਨ ਹੁੰਦੇ ਨੇ ਜਿਹਦੇ ਵਿੱਚ ਸਾਰੀ ਕੰਟਰੀ ਦੇ ਕਿਵੇਂ ਕੋਈ ਚੀਜ਼ ਚੁਣੀ ਜਾਣੀ ਆ, ਇਲੈਕਟ ਹੋਣੀ ਆ, ਕਿਵੇਂ ਕਾਨੂੰਨ ਬਣੂਗਾ, ਕਿਵੇਂ ਟੁੱਟੂਗਾ, ਸਾਰੀ ਚੀਜ਼ ਪ੍ਰੋਵਾਈਡ ਕੀਤੀ ਜਾਂਦੀ ਆ ਲਿਖਤੀ ਰੂਪ ਦੇ ਵਿੱਚ, ਉਹਨੂੰ ਕਿਹਾ ਜਾਂਦਾ ਕੌਨਸਟੀਟਿਊਸ਼ਨ। ਡਨ। ਤਾਂ ਹੁਣ ਗਵਰਨਮੈਂਟ ਕੰਪਲਸਰੀ ਹੁੰਦੀ ਆ ਕਿਸੇ ਦੇ ਦੇਸ਼ ਦੇ ਲਈ, ਦੇਸ਼ ਬਣਨ ਤੋਂ ਪਹਿਲਾਂ ਵੀ, ਦੇਸ਼ ਬਣਨ ਤੋਂ ਬਾਅਦ ਦੇ ਵਿੱਚ ਵੀ। ਠੀਕ ਆ। ਤਾਂ ਹੁਣ ਦੇਖੋ ਕਿਉਂਕਿ ਜਦੋਂ ਕੋਈ ਕੰਟਰੀ ਬਣਦੀ ਆ, ਜਦੋਂ ਕੋਈ ਵੀ ਦੇਸ਼ ਬਣਦਾ, ਕੋਈ ਦੇਸ਼ ਬਣਦਾ ਨਿਊ, ਤਾਂ ਉਹਦੇ ਲਈ 4 ਚੀਜ਼ਾਂ ਜ਼ਰੂਰੀ ਹੁੰਦੀਆਂ ਨੇ। ਪਹਿਲਾਂ ਤਾਂ ਉੱਥੇ ਜਨਸੰਖਿਆ ਹੋਣੀ ਚਾਹੀਦੀ ਹੈ ਉਹਦੇ ਕੋਲ। ਦੂਸਰੇ ਨੰਬਰ 'ਤੇ ਟੈਰੀਟਰੀ ਹੋਣੀ ਚਾਹੀਦੀ ਹੈ ਉਹਦੀ, ਮਤਲਬ ਕਿ ਏਰੀਆ ਹੋਣਾ ਚਾਹੀਦਾ। ਐਂਡ ਥਰਡ ਉਹਦੇ ਕੋਲੇ ਆਪਣੀ ਇੱਕ ਸਰਕਾਰ ਜਿਹੜੀ ਉਹਨੂੰ ਚਲਾਵੇ। ਔਰ ਚੌਥੇ ਨੰਬਰ ਤੇ ਸੋਵਰੀਅਨ ਹੋਣਾ ਚਾਹੀਦਾ, ਮਤਲਬ ਕਾਨੂੰਨ ਬਣਾਉਣ ਦੇ ਲਈ ਉੱਥੋਂ ਦੀ ਜਿਹੜੀ ਸਰਕਾਰ ਆ ਉਹ ਆਪਣੇ ਆਪ 'ਚ ਸੁਤੰਤਰ ਹੋਣੀ ਚਾਹੀਦੀ ਆ, ਕਿਸੇ ਬਾਹਰੀ ਕਿਸੇ ਦੇਸ਼ ਤੋਂ ਬਾਹਰ ਦੀ ਸਰਕਾਰ ਦੇ ਅਧੀਨ ਹੋ ਕੇ, ਉਹਦੇ ਕੰਟਰੋਲ 'ਚ ਆ ਕੇ, ਉਹਦੇ ਦਬਾਅ 'ਚ ਆ ਕੇ ਫੈਸਲਾ ਨਾ ਕਰੇ, ਆਪਣੇ ਆਪ ਫੈਸਲੇ ਲੈਣ ਦੇ ਲਈ ਆਪਣੀ ਕੰਟਰੀ ਦੇ ਵਿੱਚ ਸੁਤੰਤਰ ਹੋਵੇ, ਉਹਨੂੰ ਕਿਹਾ ਜਾਂਦਾ ਸੋਵਰੀਅਨ। ਡਨ। ਤਾਂ 4 ਚੀਜ਼ਾਂ ਦੇਸ਼ ਲਈ ਜ਼ਰੂਰੀ ਨੇ, ਪਾਪੂਲੇਸ਼ਨ, ਉਹਦਾ ਏਰੀਆ, ਸਰਕਾਰ ਔਰ ਸੋਵਰੀਅਨਟੀ, ਮਤਲਬ ਉਹ ਸੁਤੰਤਰ ਹੋਵੇ। 4 ਤੱਤ ਇਹਨਾਂ ਦੇ ਕਰਕੇ ਗਵਰਨਮੈਂਟ ਕੰਪਲਸਰੀ ਹੋ ਜਾਂਦੀ ਆ। ਤਾਂ ਹੁਣ ਜੇ ਗਵਰਨਮੈਂਟ ਦੀ ਗੱਲ ਕਰ ਹੀ ਲਈ ਤਾਂ ਹੁਣ ਗਵਰਨਮੈਂਟ ਆਪਣੇ ਕਿੰਨੇ ਸਿਸਟਮ ਦੇ ਵਿੱਚ ਆ, 3 ਟਾਇਰ ਸਿਸਟਮ ਚੱਲਦਾ। ਹੁਣ ਇਹ ਕਿਹੜਾ ਇੱਕ ਤਾਂ ਸੈਂਟਰ ਦੇ ਉੱਤੇ ਹੁੰਦੀ ਆ ਯੂਨੀਅਨ, ਫਿਰ ਸੈਕੰਡ ਮਿਡਲ 'ਚ ਆ ਜਾਂਦੀ ਆ ਸਟੇਟ ਗਵਰਨਮੈਂਟ ਹਰੇਕ ਦੀ, ਦੈਨ ਉਸ ਤੋਂ ਬਾਅਦ ਆ ਜਾਂਦੀ ਆ ਲੋਕਲ ਗਵਰਨਮੈਂਟ, ਜਿਹੜੀ ਕਿ ਆਪਾਂ ਬਾਅਦ ਦੇ ਵਿੱਚ ਐਡ ਕੀਤੀ ਆ 73ਵੀਂ ਅਤੇ 74ਵੀਂ। ਆਪਾਂ ਕੱਲ੍ਹ ਹੀ ਇਹਦੇ ਬਾਰੇ ਗੱਲ ਕਰਕੇ ਹਟੇ ਹਾਂ। ਦੇਖੋ ਜਿਹੜੀਆਂ ਆਹ ਦੋਨੋਂ ਨੇ ਇਹ ਤਾਂ ਇੰਡੀਪੈਂਡੈਂਟ ਹੀ ਨੇ, ਔਰ ਜਿਹੜੀ ਆਹ ਵਾਲੀ ਆ ਇਹ ਸਟੇਟ ਦੇ ਕੰਟਰੋਲ ਦੇ ਵਿੱਚ ਆ, ਇਹ ਸਟੇਟ ਦੇ ਕੰਟਰੋਲ ਦੇ ਵਿੱਚ ਹੁੰਦੀ ਆ। ਤਾਂ ਦੇਖੋ ਜਦੋਂ ਆਹ ਵਾਲੀਆਂ ਦੋਨੇ ਸੁਤੰਤਰ ਹੋ ਕੇ ਕੰਮ ਕਰਦੀਆਂ ਨੇ, ਜਦੋਂ ਆਹ ਦੋਨੋਂ ਯੂਨੀਅਨ ਅਤੇ ਸਟੇਟ ਇਹ ਕੰਮ ਕਰਦੀਆਂ ਨੇ ਇੱਕ ਦੂਜੀ ਤੋਂ ਫ੍ਰੀ ਹੋ ਕੇ, ਇਹਨੂੰ ਕਿਹਾ ਜਾਂਦਾ ਫੈਡਰਲ ਸਿਸਟਮ। ਹੁਣ ਤੁਹਾਨੂੰ ਨਾਲ ਤਾਂ ਫੈਡਰਲ ਦੀ ਟਰਮ ਕਲੀਅਰ ਹੋ ਗਈ ਨਾ। ਫੈਡਰਲ ਸਿਸਟਮ ਕੀ ਹੁੰਦਾ ਵੀ ਜਦੋਂ ਕੇਂਦਰ ਸਰਕਾਰ ਅਤੇ ਉਹ ਇੱਕ ਦੂਜੇ ਤੋਂ ਅਲੱਗਾ ਜਾਣੀ ਕਿ ਸੁਤੰਤਰ ਹੋ ਕੇ ਕੰਮ ਕਰਦੀਆਂ, ਉਹਨੂੰ ਕਿਹਾ ਜਾਂਦਾ ਫੈਡਰਲ ਸਿਸਟਮ। ਪਰ ਆਪਣਾ ਫੈਡਰਲ ਨਹੀਂ ਹੈਗਾ, ਆਰਟੀਕਲ 1 ਦੇ ਵਿੱਚ ਯੂਨੀਅਨ ਦਾ ਪ੍ਰਯੋਗ ਕੀਤਾ ਗਿਆ, ਨਾ ਕਿ ਫੈਡਰਲ ਦਾ। ਵੀ ਕਹਿਣ ਤੋਂ ਭਾਵ ਇਹ ਆ ਵੀ ਕੋਈ ਵੀ ਸਟੇਟ ਅਲੱਗਾ ਨਹੀਂ ਹੋ ਸਕਦਾ ਸੈਂਟਰ ਤੋਂ। ਤਾਂ ਇਹ ਚੀਜ਼ ਨੂੰ ਵੀ ਤੁਸੀਂ ਯਾਦ ਰੱਖਣਾ ਬੱਚੇ, ਇੰਪੋਰਟੈਂਟ ਫੈਕਟ ਆ। ਅੱਗੇ ਗਵਰਨਮੈਂਟ ਦੇ ਪਾਰਟ 3 ਹੁੰਦੇ ਆ, ਐਗਜ਼ੀਕਿਊਟਿਵ, ਲੈਜਿਸਲੇਟਿਵ ਔਰ ਜੁਡੀਸ਼ਰੀ, ਜਿਹਨੂੰ ਪੰਜਾਬੀ ਦੇ ਵਿੱਚ ਅਸੀਂ ਵਿਧਾਨ ਪਾਲਿਕਾ, ਕਾਰਜਪਾਲਿਕਾ, ਨਿਆਂਪਾਲਿਕਾ ਕਹਿੰਦੇ ਆ। ਉਹ ਬੇਸ ਗੱਲਾਂ ਨੇ, ਇਹ ਕੁਝ ਕੁ ਸੀਗੀਆਂ। ਹੁਣ ਆਪਾਂ ਕੌਨਸਟੀਟਿਊਸ਼ਨ ਦੇ ਬਾਰੇ ਕੁਛ ਕੁ ਗੱਲਾਂ ਨੇ ਜਿਹੜੀਆਂ ਆਪਾਂ ਕਰ ਲਈਏ। ਇਹਨੂੰ ਤੁਸੀਂ ਜੇ ਬੱਚੇ ਨੋਟ ਕਰ ਲਿਆ, ਨਹੀਂ ਚਲੋ ਆਪਾਂ ਅਗਲੀ ਸਲਾਈਡ ਦੇ ਵਿੱਚ ਦੇਖ ਲੈਂਦੇ ਹਾਂ। ਚਲੋ ਇੱਥੇ ਦੇਖਦੇ ਹਾਂ। ਦੇਖੋ ਪਹਿਲਾਂ ਰਿਟਨ ਕੌਨਸਟੀਟਿਊਸ਼ਨ ਕਿੱਥੋਂ ਦਾ ਸੀ? ਫਸਟ ਰਿਟਨ ਕੌਨਸਟੀਟਿਊਸ਼ਨ ਕਿੱਥੋਂ ਦਾ ਸੀ? USA।
ਯੂਨਾਈਟਿਡ ਸਟੇਟਸ ਆਫ ਅਮਰੀਕਾ। ਜੇ ਗੱਲ ਕਰੀਏ ਨੌਨ ਰਿਟਨ ਦਾ, ਇਹ ਸੀਗਾ ਬ੍ਰਿਟੇਨ ਦਾ। ਓਕੇ, ਤਾਂ ਹੁਣ ਆਪਾਂ ਅਡੋਪਟ ਕਦੋਂ ਕੀਤਾ? ਤੁਹਾਨੂੰ ਸਭ ਨੂੰ ਪਤਾ ਵੀ 26 ਨਵੰਬਰ ਔਰ 1949 ਨੂੰ ਅਸੀਂ ਕੌਂਸਟੀਟਿਊਸ਼ਨ ਅਡੋਪਟ ਕੀਤਾ। ਅਤੇ ਜੇ ਲਾਗੂ ਦੀ ਗੱਲ ਪੁੱਛੀ ਜਾਵੇ, ਮਤਲਬ ਇੰਪਲੀਮੈਂਟ ਕਦੋਂ ਕਰਤਾ ਸੀ? 26 ਜਨਵਰੀ 1950 ਨੂੰ। ਹੁਣ 26 ਜਨਵਰੀ ਕਿਉਂ ਚੂਜ਼ ਕੀਤੀ? ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਹਟਿਆ ਵੀ ਕਰਾਚੀ ਉੱਥੇ ਸੈਸ਼ਨ ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਨੇ ਪੂਰਨ ਸਵਰਾਜ ਦੀ ਘੋਸ਼ਣਾ ਕਰਤੀ ਸੀ ਵੀ 26 ਜਨਵਰੀ ਨੂੰ ਅਸੀਂ ਇਹ ਜਿਹੜਾ ਡੇ ਆ ਉਹਨੂੰ ਰੱਖਣਾਗਾ। ਆਹ ਚੀਜ਼ ਤਾਂ ਹੋ ਗਈ ਕਲੀਅਰ। ਹੁਣ ਦੇਖੋ ਕੀ ਆ ਵੀ ਪਹਿਲਾਂ ਤਾਂ ਸਾਡਾ ਹੈਗਾ ਸੰਵਿਧਾਨ, ਠੀਕ ਆ। ਸੰਵਿਧਾਨ ਦੇ ਵਿੱਚ ਕੀ ਆ, ਇਹਨੂੰ ਵੰਡਿਆ ਹੋਇਆ ਪਾਰਟਸ ਦੇ ਵਿੱਚ। ਜਿਵੇਂ ਆਪਣੇ ਕੋਲ ਇੱਕ ਬੁੱਕ ਹੁੰਦੀ ਆ ਕੋਈ ਵੀ ਸਾਇੰਸ ਮੈਥ ਜਾਂ ਕੁਛ ਵੀ ਹੈ ਤੁਹਾਡੇ ਕੋਲ, ਉਹ ਪਹਿਲਾਂ ਇੱਕ ਬਾਹਰੋਂ ਦੇਖਦੇ ਹਾਂ ਆਪਾਂ ਬੁੱਕ ਲੱਗਦੀ ਆ, ਫਿਰ ਉਹਦਾ ਇੰਡੈਕਸ ਦੇਖਦੇ ਹਾਂ। ਇਸ ਤੋਂ ਬਾਅਦ ਆਪਾਂ ਨੂੰ ਪਤਾ ਲੱਗਦਾ ਵੀ ਇਹਦੇ 'ਚ ਚੈਪਟਰ ਨੇ। ਫਿਰ ਚੈਪਟਰਾਂ ਦੇ ਵਿੱਚ ਜਿਵੇਂ ਮੈਥ ਦੀ ਲੈ ਲਓ ਐਗਜ਼ਾਮਪਲ, ਆਪਾਂ ਬਾਹਰੋਂ ਇੱਕ ਕਵਰ ਹੁੰਦਾ, ਆਪਾਂ ਉਹਨੂੰ ਕਹਿ ਦਿੰਦੇ ਹਾਂ ਵੀ ਇਹ ਆਪਣੀ ਕੌਂਸਟੀਟਿਊਸ਼ਨ ਜਾਂ ਫਿਰ ਕੋਈ ਬੁੱਕ ਆ, ਠੀਕ ਆ। ਦੈਨ ਜਦੋਂ ਉਹਨੂੰ ਆਪਾਂ ਦੇਖਿਆ ਇੰਡੈਕਸ ਦੇਖਿਆ, ਇੰਡੈਕਸ ਤੋਂ ਸਾਨੂੰ ਪਤਾ ਲੱਗਿਆ ਵੀ ਇਹਦੇ 'ਚ ਅਲੱਗ-ਅਲੱਗ ਚੈਪਟਰ ਨੇ। ਜਦੋਂ ਅਸੀਂ ਉਹਦੇ ਚੈਪਟਰ ਦੇਖੇ, ਚੈਪਟਰਾਂ ਤੋਂ ਬਾਅਦ ਸਾਨੂੰ ਪਤਾ ਲੱਗਿਆ ਵੀ ਇਹਦੇ 'ਚ ਐਕਸਰਸਾਈਜ਼ ਨੇ। ਐਕਸਰਸਾਈਜ਼ ਤੋਂ ਬਾਅਦ ਉਹਦੇ 'ਚ ਅੱਗੇ ਨੰਬਰ ਹੁੰਦੇ ਆ ਨਾ, ਨੰਬਰ ਸਿਸਟਮ ਹੁੰਦਾ। ਤਾਂ ਐਵੇਂ ਆਪਣੇ ਕੌਂਸਟੀਟਿਊਸ਼ਨ ਦਾ ਸਭ ਤੋਂ ਪਹਿਲਾਂ ਆਪਣਾ ਕੌਂਸਟੀਟਿਊਸ਼ਨ, ਫਿਰ ਉਹਦੇ 'ਚ ਕੀ ਨੇ? ਪਾਰਟਸ ਨੇ। ਪਾਰਟਸ ਦੇ ਵਿੱਚ ਕੀ ਨੇ? ਆਰਟੀਕਲ ਨੇ। ਇਹ ਹੋਰ ਇਹਦੇ 'ਚ ਕੀ ਆ ਅੱਗੇ? ਸ਼ਡਿਊਲਸ ਨੇ। ਦੇਖੋ ਜਦੋਂ ਵੀ ਆ ਜਾਏ ਤੁਹਾਨੂੰ ਸ਼ਡਿਊਲ, ਤਾਂ ਉਹ ਓਰੀਜਨਲ ਦੀ ਪੁੱਛਦੇ ਹੁੰਦੇ ਆ ਤਕਰੀਬਨ। ਇਹ ਨਾ ਹੋਵੇ ਵੀ ਤੁਸੀਂ ਕਰੰਟ ਵਾਲੇ ਲਾਓ। ਜੇ ਉਹਨਾਂ ਨੇ ਪੁੱਛਿਆ ਵੀ ਹੁਣ ਕਰੰਟਲੀ ਕਿੰਨੇ ਆ, ਤਾਂ ਤੁਸੀਂ ਨਵੇਂ ਲਾਉਣੇ ਆ। ਪਰ ਇਸ ਤੋਂ ਬਾਅਦ ਜੇ ਉਹਨਾਂ ਨੇ ਤੁਹਾਨੂੰ ਮਤਲਬ ਸਿੰਪਲ ਸ਼ਬਦਾਂ ਦੇ ਵਿੱਚ ਪੁੱਛਿਆ, ਤਾਂ ਉਦੋਂ ਤੁਸੀਂ ਕੀ ਕਹਿਣਾ ਵੀ ਸਾਡੇ ਸੰਵਿਧਾਨ ਦੇ ਵਿੱਚ ਜਿਹੜੇ ਪਾਰਟ ਨੇ, ਸਾਡੇ ਸੰਵਿਧਾਨ ਦੇ ਵਿੱਚ ਜਦੋਂ ਬਣਿਆ ਪਾਰਟ ਕਿੰਨੇ ਸੀਗੇ? 20। ਔਰ ਇਹਦੇ 'ਚ ਐਡ ਕਰੇ ਸੀ ਕਿੰਨੇ? ਇਹ ਬੱਚੇ ਤੁਸੀਂ ਕਮੈਂਟ ਕਰਕੇ ਦੱਸਿਓ। ਔਰ ਹੁਣ ਵੀ ਇਹ ਤੋਂ ਬਾਅਦ ਇਹਦੇ 'ਚ ਜਿਹੜੇ ਐਡ ਕਰੇ ਗਏ ਸੀ ਉਹ ਕਿਹੜੇ ਐਡ ਕਰੇ ਗਏ ਸੀ? ਇਹਦਾ ਆਪਾਂ ਵੈਸੇ ਗੱਲ ਕਰਕੇ ਵੀ ਹਟੇ ਸੀਗੇ। 9A 9B ਮੈਂ ਤੁਹਾਨੂੰ ਕਰਵਾਇਆ ਵੀ ਸੀਗਾ। ਇੱਕ ਫੰਡਾਮੈਂਟਲ ਡਿਊਟੀਜ਼ ਵਾਲਾ ਵੀ ਮੈਂ ਤੁਹਾਨੂੰ ਕਰਵਾਇਆ ਸੀ। 4A ਆਪਣਾ ਆਈ ਥਿੰਕ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਹੀ ਕਰਵਾਇਆ ਸੀਗਾ, ਜਦੋਂ ਆਪਾਂ ਨੈਸ਼ਨਲ ਪੰਚਾਇਤੀ ਡੇ ਕਰ ਰਹੇ ਸੀ। ਉਹਦੇ ਵਿੱਚ ਮੈਂ ਤੁਹਾਨੂੰ ਇਹ ਚੀਜ਼ ਕਰਵਾਈ ਵੀ ਆ, ਤਾਂ ਉਹਦੇ ਬਾਰੇ ਤੁਸੀਂ ਦੱਸਣਾ। ਤਾਂ ਜਦੋਂ ਆਪਣਾ ਸੰਵਿਧਾਨ ਬਣਿਆ ਉਦੋਂ ਇਹਦੇ 'ਚ ਆਰਟੀਕਲ ਨੂੰ ਆਪਾਂ ਕਹਿੰਦੇ ਹਾਂ ਅਨੁਛੇਦ। ਅਨੁਛੇਦ ਸੀਗੇ ਇਹਦੇ 'ਚ 395 ਔਰ ਸ਼ਡਿਊਲ ਸੀਗੇ ਇਹਦੇ ਵਿੱਚ 8। ਔਰ 8ਵਾਂ ਸ਼ਡਿਊਲ ਆ ਜਿਹੜਾ ਉਹ ਭਾਸ਼ਾ ਦੇ ਨਾਲ ਸੰਬੰਧਿਤ ਆ, ਇਹਨੂੰ ਯਾਦ ਰੱਖਿਓ। ਔਰ ਹੁਣ ਫਿਲਹਾਲ ਦੀ ਘੜੀ ਅੱਜ ਕਿੰਨੇ ਨੇ? ਅੱਜ ਇਹ ਵੱਧ ਕੇ 12 ਹੋ ਚੁੱਕੇ ਨੇ। ਤਾਂ ਆਹ ਜਿਹੜੇ ਪਾਰਟਸ ਨੇ ਇਹਨਾਂ ਦੇ ਵਿੱਚੋਂ ਇੱਕ ਪਾਰਟ ਡਿਲੀਟ ਵੀ ਕਰਿਆ ਗਿਆ, ਮਤਲਬ ਕਿ ਖ਼ਤਮ ਕੀਤਾ ਗਿਆ ਇਹਦੇ 'ਚੋਂ, ਉਹਨੂੰ ਵੀ ਦੱਸਣਾ। ਔਰ ਇੱਕ ਹੋਰ ਇਹਦੇ ਬਾਰੇ ਯਾਦ ਰੱਖਣੀ ਹੈ ਤੁਸੀਂ ਵੀ ਜਦੋਂ ਆਪਣੇ ਸੰਵਿਧਾਨ ਦੇ ਵਿੱਚ ਕੋਈ ਸੋਧ ਕੀਤੀ ਜਾਂਦੀ ਆ, ਸੋਧ ਕਿਹੜੇ ਆਰਟੀਕਲ ਨਾਲ ਹੁੰਦੀ ਆ? ਅਮੈਂਡਮੈਂਟ ਕਿਹੜੇ ਆਰਟੀਕਲ ਨਾਲ ਹੁੰਦੀ ਆ? 368 ਦੇ ਨਾਲ। ਅੱਗੇ ਚਲੋ ਤਰੀਕੇ ਦੇ ਵੱਖਰੇ ਵੱਖਰੇ ਨੇ। ਤਾਂ ਜਿਹੜੀ ਪਹਿਲੀ ਅਮੈਂਡਮੈਂਟ ਹੋਈ ਸੀ 1951 ਦੇ ਵਿੱਚ ਸੀ, ਉਹਨੂੰ ਅਸੀਂ ਕਹਿੰਦੇ ਹਾਂ ਲੈਂਡ ਰਿਫਾਰਮਸ। ਬਸ ਇੰਨਾ ਤੁਸੀਂ ਕਰ ਲਿਓ, ਫੈਕਟ ਬਹੁਤ ਦੂਆ ਤੁਹਾਨੂੰ। ਕੌਂਸਟੀਟਿਊਸ਼ਨ ਇੱਕ ਰਿਟਨ ਹੁੰਦਾ, ਇੱਕ ਅਨਰਿਟਨ ਹੁੰਦਾ। ਅਨਰਿਟਨ ਦੀ ਐਗਜ਼ਾਮਪਲ 'ਚ ਬ੍ਰਿਟੇਨ ਆ ਜਾਊਗਾ, ਔਰ ਰਿਟਨ ਦੇ ਵਿੱਚ USA, ਇੰਡੀਆ, ਕੈਨੇਡਾ, ਇਹ ਸਾਰੇ ਆ ਜਾਣਗੇ। ਇੰਡੀਆ 'ਚ ਆਪਣੇ ਤਕਰੀਬਨ ਸਭ ਤੋਂ ਜ਼ਿਆਦਾ ਲੌਂਗੈਸਟ ਅਤੇ ਲਾਰਜੈਸਟ ਕੌਂਸਟੀਟਿਊਸ਼ਨ ਆ। ਡਨ। ਤਾਂ ਇਹ ਚੀਜ਼ ਤਾਂ ਤੁਹਾਨੂੰ ਗੱਲਾਂ ਹੀ ਬਾਤੀ ਕਿਵੇਂ ਹੁਣ ਰਟ ਗਈ, ਤੁਹਾਨੂੰ ਪਤਾ ਵੀ ਨਹੀਂ ਲੱਗਣਾ। ਚਲੋ ਹੁਣ ਆਪਾਂ ਗੱਲ ਕਰਨੀ ਸੀ ਆਪਣੇ ਕੁਐਸਚਨ ਦੀ, ਜਿਹੜਾ ਆਪਾਂ ਕਰ ਰਹੇ ਸੀ। ਤਾਂ ਇਹਦੇ 'ਚ ਦੇਖੋ ਬੱਚੇ, ਤੀਸਰਾ ਕੁਐਸਚਨ, ਦ ਆਈਡੀਆ ਆਫ ਦਾ ਪ੍ਰੈਂਬਲ ਹੈਜ਼ ਬੀਨ ਬੋਰੋਡ ਫਰੋਮ। ਤਾਂ ਹੁਣ ਇਹ ਸਾਡਾ ਜਿਹੜਾ ਪ੍ਰੈਂਬਲ ਆ, ਤਾਂ ਇਹ ਅਸੀਂ ਪ੍ਰਸਤਾਵਨਾ, ਇਹਨੂੰ ਅਸੀਂ ਕੀ ਕਹਿੰਦੇ ਹਾਂ? ਪ੍ਰਸਤਾਵਨਾ, ਯਾਨੀ ਕਿ ਸਾਰ ਅੰਸ਼ ਹੁੰਦਾ ਜਿਹੜਾ ਮੂਹਰੇ ਲਿਖਿਆ ਵਾ ਹੁੰਦਾ ਅੱਗੇ। ਤਾਂ ਇਹ ਅਸੀਂ ਕਿੱਥੋਂ ਅਡੋਪਟ ਕੀਤੀ ਆ? ਦੇਖੋ ਇਹਦਾ ਕਰੈਕਟ ਆਨਸਰ ਕੀ ਆ? ਡੀ। ਆਨਸਰ ਪਹਿਲਾਂ ਸ਼ੋ ਹੋਇਆ ਪਿਆ। ਤਾਂ ਇਹਦਾ ਕਰੈਕਟ ਆਨਸਰ ਕੀ ਆ? ਡੀ। ਤਾਂ ਇਹ ਕਿੱਥੋਂ ਲਈ ਅਸੀਂ? USA ਤੋਂ। ਹੁਣ ਪ੍ਰੈਂਬਲ ਆ, ਪ੍ਰੈਂਬਲ ਦੇ ਬਾਰੇ ਕੁਝ ਕੁ ਜਿਹੜੇ ਫੈਕਟ ਨੇ ਆਪਾਂ ਉਹ ਦੇਖ ਲਈਏ। ਇਹਦੇ ਬਾਰੇ ਕੁਐਸਚਨ ਅਕਸਰ ਕੀ ਉੱਠਦੇ ਆ? ਕੀ ਆਪਣੇ ਸੰਵਿਧਾਨ ਦਾ ਪਾਰਟ ਹੈਗਾ? ਇਹਦੀ ਕੀ ਸਾਨੂੰ ਯੂਜ਼ ਇਹਦਾ ਹੈਗਾ? ਕੀ ਇਹਦੇ 'ਚ ਆਰਟੀਕਲ 368 ਜਿਹਦੇ ਨਾਲ ਆਪਾਂ ਅਮੈਂਡਮੈਂਟ ਕਰਦੇ ਹਾਂ, ਉਹਦੇ ਨਾਲ ਇਹਦੇ 'ਚ ਅਸੀਂ ਕੋਈ ਸੋਧ ਕਰ ਸਕਦੇ ਹਾਂ, ਜਾਂ ਫਿਰ ਇਹਨੂੰ ਕੋਰਟ ਦੇ ਵਿੱਚ ਚੈਲੰਜ ਕੀਤਾ ਜਾ ਸਕਦਾ, ਜਾਂ ਇਹਦੇ ਆਧਾਰ 'ਤੇ ਕੋਰਟ ਫੈਸਲਾ ਦੇ ਸਕਦਾ? ਇਹੋ ਜਿਹੇ ਕੁਐਸਚਨ ਨੇ ਜਿਹੜੇ ਇਹਨੂੰ ਲੈ ਕੇ ਕਾਫੀ ਵਾਰ ਚਰਚਾ ਦੇ ਵਿੱਚ ਰਹਿੰਦੇ ਆ, ਪੁੱਛੇ ਜਾਂਦੇ ਆ। ਤਾਂ ਕਰਕੇ ਬੱਚੇ ਇਹ ਵੈਰੀ ਇੰਪੋਰਟੈਂਟ ਹੋ ਜਾਂਦਾ ਪ੍ਰੈਂਬਲ ਪੜ੍ਹਨਾ, ਕਿਉਂਕਿ ਇਹਦੇ ਵਿੱਚੋਂ ਤੁਹਾਨੂੰ 1 ਜਾਂ 2 ਕੁਐਸਚਨ ਪੱਕਾ ਦੇਖਣ ਨੂੰ ਮਿਲਦੇ ਆ। ਇਹ ਗੱਲ ਜਮਾਂ ਫਿਕਸ ਆ। ਚਲੋ ਪਹਿਲੀ ਗੱਲ ਇਹਦੇ ਬਾਰੇ ਤੁਸੀਂ ਧਿਆਨ ਰੱਖਣਾ ਵੀ ਇਹਦੇ ਆਧਾਰ 'ਤੇ ਕੋਰਟ ਫੈਸਲਾ ਨਹੀਂ ਦੇ ਸਕਦਾ। ਜਿਵੇਂ ਕਿ ਅਸੀਂ ਫੰਡਾਮੈਂਟਲ ਰਾਈਟ ਦੇ ਉੱਪਰ ਜਿਹੜਾ ਡਾਇਰੈਕਟਲੀ ਜਾ ਸਕਦੇ ਹਾਂ, ਜਾਂ ਉਹਦੇ ਆਧਾਰ 'ਤੇ ਫੈਸਲਾ ਕੀਤਾ ਜਾ ਸਕਦਾ, ਬਟ ਪ੍ਰੈਂਬਲ ਦੇ ਆਧਾਰ 'ਤੇ ਕੋਈ ਫੈਸਲਾ ਨਹੀਂ ਕੀਤਾ ਜਾ ਸਕਦਾ। ਤਾਂ ਹੁਣ ਇਹ ਅਸੀਂ ਕਿੱਥੋਂ ਅਡੋਪਟ ਕੀਤਾ? USA ਦੇ ਵਿੱਚੋਂ। ਔਰ USA
ਫਸਟ ਕੰਟਰੀ ਸੀ, ਫਸਟ ਦੇਸ਼ ਸੀਗਾ ਜਿਹਨੇ ਪ੍ਰੈਂਬਲ ਕੀਤਾ ਸੀਗਾ, ਤਾਂ ਇਹਨੂੰ ਅਡੋਪਟ ਕਰਿਆ ਸੀਗਾ ਜਵਾਹਰ ਲਾਲ ਨਹਿਰੂ ਜੀ ਨੇ। ਨਹਿਰੂ ਦਾ ਇੱਕ ਬੇਸ ਓਬਜੈਕਟਿਵ ਰੈਜ਼ੋਲੂਸ਼ਨ ਸੀਗਾ ਜਿਹਦੇ ਅਕੋਰਡਿੰਗਲੀ ਆਇਆ। ਬਾਕੀ ਇੰਨਾ ਚਲੋ ਆਪਾਂ ਇਹਦੇ 'ਚ ਨਹੀਂ ਜਾਣਾ। ਪ੍ਰੈਂਬਲ ਨੂੰ ਆਪਣੇ ਸੋਲ ਐਂਡ ਹਾਰਟ ਆਫ ਇੰਡੀਅਨ ਕੌਂਸਟੀਟਿਊਸ਼ਨ ਕਿਹਾ ਗਿਆ। ਹੁਣ ਦੇਖੋ ਇਹਦੇ 'ਚ ਵੀ ਕਨਫਿਊਜ਼ਨ ਆ ਬੱਚੇ, ਸੋਲ ਮਤਲਬ ਆਤਮਾ ਐਂਡ ਹਾਰਟ ਯਾਨੀ ਕਿ ਹਿਰਦਾ, ਆਪਣੇ ਸੰਵਿਧਾਨ ਦਾ ਦਿਲ ਤੇ ਆਤਮਾ ਕਿਹਾ ਗਿਆ ਕਿਹਨੂੰ, ਪ੍ਰੈਂਬਲ ਨੂੰ। ਪਰ ਇਹਦੇ 'ਚ ਵੀ ਕੀ ਝੋਲ ਹੈ ਇੱਥੇ, ਕਿਉਂਕਿ ਇਹ ਕਹਿੰਦੇ ਆ ਵੀ ਜਿਹੜੇ ਆਪਣੇ ਸੰਵਿਧਾਨ ਨਿਰਮਾਤਾ ਨੇ ਡਾਕਟਰ BR ਅੰਬੇਦਕਰ ਜੀ, ਤਾਂ ਉਹ ਕਹਿੰਦੇ ਨੇ ਵੀ ਇਹ ਨਹੀਂ ਹੈਗਾ ਜਿਹੜਾ ਰਾਈਟ ਟੂ ਰੈਮਡੀਜ਼ ਆ ਆਰਟੀਕਲ 32 ਪਾਰਟ 3 ਯਾਨੀ ਕਿ ਫੰਡਾਮੈਂਟਲ ਰਾਈਟ ਦੇ ਵਿੱਚ ਆ। ਹੁਣ ਰਾਈਟ ਟੂ ਰੈਮਡੀਜ਼ ਤੁਸੀਂ ਕਹੋਗੇ ਵੀ ਇਹ ਕੀ ਚੀਜ਼ ਆ, ਤਾਂ ਬੱਚੇ ਪਹਿਲਾਂ ਪਾਰਟ 3 ਆ, ਇਹਦੇ 'ਚ 12 ਤੋਂ 35 ਤੱਕ ਆਰਟੀਕਲ ਦੇ, ਤਾਂ ਇਹ ਫੰਡਾਮੈਂਟਲ ਰਾਈਟ ਦੇ ਨਾਲ ਡੀਲ ਕਰਦਾ। ਤਾਂ ਇਹਦੇ 'ਚ ਜਿਹੜੇ ਵੀ ਆਹ ਹੁੰਦੇ ਆਪਣੇ ਰਾਈਟਸ ਨੇ, ਜਿਹੜੇ ਆਪਣੇ ਫੰਡਾਮੈਂਟਲ ਰਾਈਟ ਹੁੰਦੇ ਆ, ਇਹਨਾਂ ਦੇ ਵਿੱਚੋਂ ਇੱਕ ਆਰਟੀਕਲ ਨੰਬਰ 32 ਆ ਜਿਹੜਾ ਕਿ ਇਹ ਦੇਖਦਾ ਵੀ ਜੇ ਕਿਸੇ ਦੇ ਸਰਕਾਰ ਦੁਆਰਾ ਜਾਂ ਫਿਰ ਕਿਸੇ ਵੀ ਪ੍ਰਾਈਵੇਟ ਬੰਦੇ ਦੇ ਦੁਆਰਾ ਕਿਸੇ ਦੇ ਫੰਡਾਮੈਂਟਲ ਰਾਈਟ ਦਾ ਹਨਨ ਕੀਤਾ ਜਾਂਦਾ, ਤਾਂ ਉਹ ਹੋਰ ਕੋਈ ਕੇਸ ਨਹੀਂ ਹੈਗਾ ਜਿਨ੍ਹਾਂ ਨੂੰ ਲੈ ਕੇ ਤੁਸੀਂ ਡਾਇਰੈਕਟ ਸੁਪਰੀਮ ਕੋਰਟ ਜਾਂ ਫਿਰ ਹਾਈ ਕੋਰਟ 'ਚ ਜਾਓਗੇ। ਤਾਂ ਉਹਦਾ ਇੱਕ ਪ੍ਰੋਸੀਜਰ ਹੁੰਦਾ, ਬਾਕੀ ਕੇਸ ਹੁੰਦੇ ਆ, ਤੁਸੀਂ ਪਹਿਲਾਂ ਡਿਸਟ੍ਰਿਕਟ ਕੋਰਟ ਦੇ ਵਿੱਚ ਜਾਓਗੇ ਤਾਂ ਇਦੋਂ ਉੱਪਰ ਹੁੰਦਾ, ਅੱਗੇ ਅਪੀਲਾਂ ਦਲੀਲਾਂ ਪੈ ਕੇ ਤੁਹਾਡਾ ਕੇਸ ਅੱਗੇ ਜਾਊਗਾ, ਪਟੀਸ਼ਨਾਂ ਦੇ ਥਰੂ ਜਾਊਗਾ। ਪਰ ਜਿਹੜਾ ਫੰਡਾਮੈਂਟਲ ਰਾਈਟ ਦਾ ਕੇਸ ਹੁੰਦਾ ਇਹਦੇ ਵਿੱਚ 226 ਆਰਟੀਕਲ ਔਰ 32, ਤਾਂ ਇਹਦੇ 'ਚ ਰਾਈਟ ਟੂ ਰੈਮਡੀਜ਼ ਆ ਜਿਹੜਾ ਇਹਨੂੰ ਮਤਲਬ ਕਿ ਆਤਮਾ ਤੇ ਦਿਲ ਮੰਨਿਆ ਜਾਂਦਾ, ਉਹ ਆਰਟੀਕਲ 32 ਰਾਈਟ ਟੂ ਰੈਮਡੀਜ਼ ਮਤਲਬ ਸੁਪਰੀਮ ਕੋਰਟ ਦੇ ਵਿੱਚ ਡਾਇਰੈਕਟ ਫੰਡਾਮੈਂਟਲ ਦਾ ਕੇਸ ਲੈ ਕੇ ਤੁਸੀਂ ਪਹੁੰਚ ਸਕਦੇ ਹੋ, ਸੁਪਰੀਮ ਕੋਰਟ ਦਾ ਦਰਵਾਜ਼ਾ ਖਟਖਟਾ ਸਕਦੇ ਹੋ ਕਿ ਵੀ ਸਾਡੇ ਨਾਲ ਆਹ ਧੱਕਾ ਹੋ ਰਿਹਾ, ਸਾਡੇ ਫੰਡਾਮੈਂਟਲ ਰਾਈਟ ਦਾ ਇੱਥੇ ਹਨਨ ਹੋ ਰਿਹਾ, ਤਾਂ ਤੁਹਾਡਾ ਮਸਲਾ ਸੁਣਿਆ ਜਾਊਗਾ ਡਾਇਰੈਕਟ ਸੁਪਰੀਮ ਕੋਰਟ ਦੇ ਦੁਆਰਾ। ਤਾਂ ਡਾਕਟਰ ਅੰਬੇਦਕਰ ਜੀ ਆਪਣਾ ਇਹਨੂੰ ਕਹਿ ਕੇ ਗਏ ਨੇ ਰਾਈਟ ਟੂ ਰੈਮਡੀਜ਼ ਆਰਟੀਕਲ 32 ਪਾਰਟ ਸੰਵਿਧਾਨ ਦਾ 3 ਫੰਡਾਮੈਂਟਲ ਰਾਈਟ ਨਾਲ ਜਿਹੜਾ ਕਿ ਡੀਲ ਕਰਦਾ। ਪਰ ਪ੍ਰੈਂਬਲ ਨੂੰ ਕਿਹਾ ਜਾਂਦਾ ਕਿਉਂ, ਕਿਉਂਕਿ ਇਹਦੇ ਵਿੱਚ ਪੂਰੇ ਸੰਵਿਧਾਨ ਦਾ ਇੱਕ ਨਿਚੋੜ, ਇੱਕ ਸਾਰ ਜਿਹੜਾ ਕਿ ਛੋਟੇ ਸ਼ਬਦਾਂ ਦੇ ਵਿੱਚ, ਘੱਟ ਸ਼ਬਦਾਂ ਦੇ ਵਿੱਚ ਸਭ ਤੋਂ ਅੱਗੇ ਕੱਢ ਕੇ ਰੱਖਿਆ ਹੋਇਆ ਇੰਪੋਰਟੈਂਟ। ਓਕੇ, ਬਾਕੀ ਇਹ ਆਪਣੇ ਹੁਣ ਆਉਂਦੀ ਹੈ ਗੱਲ ਵੀ ਕੀ ਸੰਵਿਧਾਨ ਦਾ ਪਾਰਟ ਹੈਗਾ। ਯੈਸ, ਇਹ ਆਪਣੇ ਸੰਵਿਧਾਨ ਦਾ ਪਾਰਟ ਹੈਗਾ। ਬਾਕੀ ਇਹਦੇ ਨਾਲ ਮਿਲੇ ਵੇ ਕੇਸ ਹੁੰਦੇ ਆ ਕੁਛ ਕੁ, ਤੇ ਇਹਨੂੰ ਬੱਚੇ ਤੁਸੀਂ ਨੋਟ ਕਰ ਲਿਆ। ਹੁਣ ਮੈਂ ਅਰੇਜ਼ ਕਰਨ ਲੱਗਿਆ, ਤੁਸੀਂ ਇਹਨੂੰ ਇੱਕ ਮਿੰਟ। ਮੈਂ ਇਹਨੂੰ ਅਰੇਜ਼ ਕਰ ਰਿਹਾ ਬੱਚੇ, ਇੱਥੋਂ ਬਾਅਦ ਦੇ ਵਿੱਚ ਤੁਸੀਂ ਨੋਟ ਕਰ ਲਿਓ, ਉਹਨੂੰ ਕਰ ਲਿਆ ਹੋਊਗਾ ਜਾਂ ਬੈਕ ਕਰਕੇ ਦੁਬਾਰਾ ਸਕਰੀਨਸ਼ਾਟ ਕਰ ਲਿਓ। ਹੁਣ ਦੇਖੋ ਇਹਦੇ ਨਾਲ ਬਸ ਕੇਸਾਂ ਦੇ ਵਿੱਚ ਆਪਾਂ ਸਾਰਿਆਂ ਦੇ ਵਿੱਚ ਡਿਟੇਲ 'ਚ ਨਹੀਂ ਜਾਣਾ, ਇਹਨੂੰ ਲੈ ਕੇ ਕੇਸ ਕਿਹੜੇ ਕਿਹੜੇ ਹੋਏ ਨੇ। 1960 ਦੇ ਵਿੱਚ ਹੋਇਆ, ਟਾਈਮ ਲਾਈਨ ਯਾਦ ਰੱਖਣੀ, ਬਸ ਕੇਸ ਯਾਦ ਰੱਖਿਓ। ਇਹਨੂੰ ਕਹਿੰਦੇ ਆ ਬੇਰੂਬਰੀ ਕੇਸ, ਬਹੁਤ ਡੈਫਥ ਦੇ ਵਿੱਚ ਆ ਇਹ ਚੀਜ਼। ਅਗਰ ਪੜ੍ਹਨੀ ਆਪਾਂ ਨੂੰ ਚੰਗੀਆਂ ਕਾਫੀ ਕਲਾਸਾਂ ਲੱਗ ਜਾਣਗੀਆਂ ਇਹਦੇ 'ਤੇ। ਤਾਂ ਇਹਦੇ 'ਚ ਫੈਸਲਾ ਕੀ ਸੀਗਾ, ਸੁਪਰੀਮ ਕੋਰਟ, ਮੈਂ ਲਿਖਿਆ ਵੀ ਸੁਪਰੀਮ ਕੋਰਟ ਨੇ ਕਿਹਾ, ਕੀ ਕਿਹਾ ਵੀ ਨੋਟ ਅ ਪਾਰਟ, ਵੀ ਇਹ ਸੰਵਿਧਾਨ ਦਾ ਪਾਰਟ ਨਹੀਂ ਹੈਗਾ। ਤਾਂ ਇਹ ਤਾਂ 1960 ਦਾ ਬੇਰੂਬਰੀ ਕੇਸ ਹੋ ਗਿਆ। ਫਿਰ ਇਸ ਤੋਂ ਬਾਅਦ ਇੱਕ ਕੇਸ ਇਹਦੇ ਰਿਗਾਰਡਿੰਗ ਹੋਰ ਹੁੰਦਾ 1967 ਦੇ ਵਿੱਚ, ਇਹ ਆਪਣੇ ਪੰਜਾਬ ਦਾ ਸੀਗਾ, ਗੋਲਖਨਾਥ ਬਸਜ ਪੰਜਾਬ ਸਟੇਟ, ਮਤਲਬ ਇਹ ਪੰਜਾਬ ਦਾ ਸੀਗਾ। ਇਹਦੇ 'ਚ ਸੁਪਰੀਮ ਕੋਰਟ ਨੇ ਕਿਹਾ ਵੀ ਕੀ ਆਫ ਕੌਂਸਟੀਟਿਊਸ਼ਨ ਬਟ ਨੋਟ ਸੈਡ ਪਾਰਟ ਔਰ ਨੋਟ, ਇਹਦੇ 'ਚ ਉਹਨੇ ਪਾਰਟ ਪੂਟ ਕੁਛ ਨਹੀਂ ਕਿਹਾ ਵੀ ਪਾਰਟ ਹੈਗਾ ਜਾਂ ਨਹੀਂ ਹੈਗਾ, ਠੀਕ ਹੈ। ਇਹਦੇ 'ਚ ਕਹਿੰਦਾ ਵੀ ਹਾਂ ਕੌਂਸਟੀਟਿਊਸ਼ਨ ਦੀ ਚਾਬੀ ਆ ਇਹ, ਬਸ। ਤਾਂ ਇਹਦੇ 'ਚ ਇਹ ਚੀਜ਼ ਯਾਦ ਰੱਖਣੀ ਹੈ ਤੁਸੀਂ। ਫਿਰ ਇਸ ਤੋਂ ਬਾਅਦ 1973 ਆ ਗਿਆ। 1973 ਦੇ ਵਿੱਚ ਆਇਆ ਕੇਸ ਕੇਸਵਾਨੰਦ ਭਾਰਤੀ ਕੇਸ। ਤਾਂ ਇਹ ਦੇਖੋ ਕੇ ਫॉर ਕੇਸਵਾਨੰਦ, ਤਾਂ ਇਹ ਕੇਰਲਾ ਸਰਕਾਰ ਨਾਲ ਸੀਗਾ, ਠੀਕ ਆ। ਜਿਹੜਾ ਕੇਸਵਾਨੰਦ ਭਾਰਤੀ ਕੇਸ ਆ ਇਹ ਕਿੱਥੋਂ ਦਾ ਸੀ, ਕੇਰਲਾ ਸਰਕਾਰ ਦਾ ਸੀਗਾ। ਤਾਂ ਇਹਦੇ 'ਚ ਬਾਰੇ ਇੱਕ ਇੰਪੋਰਟੈਂਟ ਫੈਕਟ ਆ, ਨਾਲੇ ਤਾਂ ਦੇਖੋ ਤੁਹਾਨੂੰ ਇਹ ਪ੍ਰੈਂਬਲ ਦੇ ਬਾਰੇ ਆ ਗਿਆ, ਔਰ ਦੂਸਰਾ ਜਿਹੜਾ ਕੇਸਵਾਨੰਦ ਭਾਰਤੀ ਕੇਸ ਆ ਇਹਦੇ 'ਚ 13 ਜੱਜਾਂ ਦੀ ਬੈਂਚ ਬੈਠੀ, 13 ਜੱਜਸ ਦੀ ਬੈਂਚ ਬੈਠੀ ਸੀ, ਔਰ 7:6 ਦੇ ਨਾਲ ਫੈਸਲਾ ਆ ਕੇ ਇਹ ਪਾਸ ਹੋਇਆ ਸੀਗਾ। ਔਰ ਇਹ ਹੁਣ ਤੱਕ ਦੀ ਸਭ ਤੋਂ ਲਾਰਜੈਸਟ ਬੈਂਚ ਬਣੀ ਆ। ਓਕੇ, ਸੁਪਰੀਮ ਕੋਰਟ ਨੇ ਇਹਦੇ ਵਿੱਚ ਕਿਹਾ ਕੇਸਵਾਨੰਦ ਦੇ ਵਿੱਚ ਵੀ ਹਾਂ ਇਹ ਪਾਰਟ ਹੈਗਾ।
ਤਾਂ ਆ ਤੁਹਾਨੂੰ 3 ਕੇਸ ਤਾਂ ਕਲੀਅਰ ਹੋ ਗਏ। 1960 ਦੇ ਵਿੱਚ ਬੇਰੂਬਰੀ ਕੇਸ ਸੁਪਰੀਮ ਕੋਰਟ ਨੇ ਕਿਹਾ ਵੀ ਪਾਰਟ ਹੈ ਨਹੀਂ। 67 ਦੇ ਵਿੱਚ ਕਿਹਾ ਮਤਲਬ ਕਿ ਪਾਰਟ ਬਾਰੇ ਤਾਂ ਸੁਪਰੀਮ ਕੋਰਟ ਬਿਲਕੁਲ ਚੁੱਪ ਸੀ। 1973 ਦੇ ਵਿੱਚ ਆਇਆ ਕੇਸਵਾਨੰਦ ਭਾਰਤੀ ਕੇਸ, ਇਹ ਕੇਰਲਾ ਦਾ ਸੀ। ਤਾਂ ਦੇਖੋ ਪੰਜਾਬ ਦਾ ਗੋਲਖਨਾਥ ਕੇਸ ਆ, ਤਾਂ ਇਹਦੇ ਬਾਰੇ ਪੰਜਾਬ ਦੇ ਨਾਲ ਸੀਗਾ। ਇਹ ਪੁੱਛਿਆ ਜਾ ਸਕਦਾ ਤੁਹਾਨੂੰ, ਪੰਜਾਬ ਦਾ ਐਗਜ਼ਾਮ ਆ। 1973 ਦੇ ਵਿੱਚ ਕੇਸਵਾਨੰਦ ਭਾਰਤੀ ਕੇਸ ਆ ਜਿਹੜਾ, ਇਹਦੇ ਬਾਰੇ ਆਉਣ ਦੇ ਚਾਂਸ ਕਿਉਂ ਹੁੰਦੇ ਆ? ਕਿਉਂਕਿ ਇੱਕ ਤਾਂ ਸਭ ਤੋਂ ਹੁਣ ਤੱਕ ਦੀ ਵੱਡੀ ਬੈਂਚ ਬਣੀ ਆ ਇਹ, ਠੀਕ ਆ। ਇਸ ਤੋਂ ਬਾਅਦ ਫਿਰ ਹੋਰ ਕੇਸ ਆਏ ਨੇ, ਜਿਵੇਂ ਕਿ ਇਦੋਂ ਬਾਅਦ SR ਬੰਬੇ ਕੇਸ ਵੀ ਆਇਆ ਸੀ ਇਹਨੂੰ ਲੈ ਕੇ। ਬਾਕੀ ਸਾਰੇ ਕੇਸਾਂ ਦੇ ਬਾਰੇ ਆਪਾਂ ਨਹੀਂ ਉਹ ਕਰ ਸਕਦੇ। ਬਾਕੀ ਜੇ ਹੁਣ ਗੱਲ ਕਰੀਏ ਵੀ ਇਹਦੇ 'ਚ ਕੋਈ ਸੋਧ ਹੋਈ ਆ ਪ੍ਰੈਂਬਲ ਦੇ ਵਿੱਚ ਕੋਈ ਸੋਧ ਹੋਈ ਆ, ਇਹ ਹੋਈ ਆ ਇੱਕ ਵਾਰ। ਕਦੋਂ ਹੋਈ ਆ? ਇੱਕ ਵਾਰੀ 42ਵੀਂ 1976। ਤਾਂ ਜਿਹੜੀ 42ਵੀਂ ਸੋਧ 1976 ਦੇ ਵਿੱਚ ਹੋਈ ਆ, ਇਹਨੂੰ ਕਿਹਾ ਜਾਂਦਾ ਮਿਨੀ ਕੌਂਸਟੀਟਿਊਸ਼ਨ ਆਫ ਇੰਡੀਆ, ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਆਪਣੇ ਅਨੁਛੇਦ ਸੀ ਉਹਨਾਂ ਦੇ ਵਿੱਚ ਸੋਧ ਕੀਤੀ ਗਈ ਸੀ, ਠੀਕ ਆ। ਤਾਂ ਇਹਦੇ 'ਚ ਉਦੋਂ ਫਿਰ 3 ਸ਼ਬਦ ਵੀ ਨਵੇਂ ਪ੍ਰੈਂਬਲ ਦੇ ਵਿੱਚ ਐਡ ਕੀਤੇ ਗਏ, ਸਮਾਜਵਾਦ, ਧਰਮ ਨਿਰਪੱਖ ਔਰ ਇਕਾਗਰਤਾ, ਯਾਨੀ ਕਿ ਸੋਸ਼ਲਿਜ਼ਮ, ਸੈਕੂਲਰਿਜ਼ਮ, ਇੰਟੀਗ੍ਰਿਟੀ। ਇਹ 3 ਸ਼ਬਦ 42ਵੀਂ ਸੋਧ ਦੇ ਨਾਲ ਐਡ ਕੀਤੇ ਗਏ ਆ। ਬੱਚੇ ਤੁਹਾਨੂੰ ਪ੍ਰੈਂਬਲ ਕਲੀਅਰ ਹੋ ਗਿਆ ਹੋਊਗਾ। ਹੁਣ ਇਹਦੇ ਬਾਰੇ ਵੈਸੇ ਆਪਾਂ ਹੋਰ ਵੀ ਕਰ ਸਕਦੇ ਹਾਂ ਵੀ ਆਈਡੀਆ ਕਿੱਥੋਂ ਲਿਆ। ਇਹ ਹੁਣ ਸਿੰਪਲ ਫੈਕਟ ਕੀ ਨੇ, ਪ੍ਰੈਂਬਲ ਦਾ ਆਈਡੀਆ ਅਸੀਂ ਕਿੱਥੋਂ ਕੀਤਾ? USA ਤੋਂ, ਇਹਦੀ ਲੈਂਗੁਏਜ ਆਸਟ੍ਰੇਲੀਆ ਤੋਂ ਆ। ਡਨ। ਤਾਂ ਇਹਦੇ 'ਚ ਹੈ ਕੀ ਆ, ਮਤਲਬ ਤੁਸੀਂ NCERT ਕਿਤਾਬਾਂ ਪੜ੍ਹਦੇ ਹੋ, ਉਹਨਾਂ ਦੇ ਵਿੱਚ ਜਦ ਬਿਲਕੁਲ ਫਸਟ ਪੇਜ ਹੁੰਦਾ ਉਹਦੇ ਉੱਪਰ ਹੀ ਲਿਖਿਆ ਹੁੰਦਾ ਇਹ ਆਪਣਾ ਸ਼ੋਅ ਕੀਤਾ ਹੁੰਦਾ ਵੀ ਦਾ ਪੀਪਲ ਆਫ ਇੰਡੀਆ। ਤਾਂ ਇਹ ਤੋਂ ਬਾਅਦ ਆ, ਤਾਂ ਇਹਦੇ 'ਚ ਸੋਬਰੀਅਨ, ਸੋਸ਼ਲਿਜ਼ਮ, ਸੈਕੂਲਰਿਜ਼ਮ, ਡੈਮੋਕ੍ਰੈਟਿਕ ਰਿਪਬਲਿਕ, ਤਾਂ ਇਹ ਚੀਜ਼ਾਂ ਹੁੰਦੀਆਂ ਨੇ। ਅਤੇ ਜਿਹੜੇ ਇਸ ਤੋਂ ਬਾਅਦ ਆਪਣਾ ਸੋਸ਼ਲਿਜ਼ਮ, ਸੈਕੂਲਰਿਜ਼ਮ, ਇਹ ਚੀਜ਼ਾਂ ਸੀ 1976 ਦੇ ਵਿੱਚ ਆਪਾਂ ਐਡ ਕੀਤੀਆਂ ਹੋਈਆਂ। ਬਾਕੀ ਇਹਦੇ 'ਚ ਜਸਟਿਸ ਦੀ ਗੱਲ ਕੀਤੀ ਗਈ ਆ। ਬੱਚੇ ਮੈਂ ਇਹਨੂੰ ਅਰੇਜ਼ ਕਰਦਾ, ਤੁਸੀਂ ਇਹਨੂੰ ਨੋਟ ਕਰ ਲਿਆ ਹੋਊਗਾ। ਔਰ ਇੱਕ ਆਉਂਦਾ ਵੀ ਆਪਣੇ ਪ੍ਰੈਂਬਲ ਦੇ ਵਿੱਚ ਜਸਟਿਸ ਯਾਨੀ ਕਿ ਇਨਸਾਫ ਦੀ ਗੱਲ ਕੀਤੀ ਗਈ ਆ। ਯੈਸ, ਕਿੰਨੇ ਤਰ੍ਹਾਂ ਦੀ ਕੀਤੀ ਗਈ ਆ? 3 ਤਰ੍ਹਾਂ ਦੀ, ਸੋਸ਼ਲ ਐਂਡ ਇਕਨੋਮਿਕ ਐਂਡ ਪੋਲੀਟੀਕਲ, 3 ਤਰ੍ਹਾਂ ਦੇ ਇਨਸਾਫ ਦੀ ਗੱਲ ਕਰਦਾ ਇਹ ਵਾਲਾ। ਔਰ ਅਸੀਂ ਇਹ ਜਿਹੜੇ ਲਏ ਆ ਆਪਣੇ ਜਸਟਿਸ ਵਗੈਰਾ ਨੇ, ਇਹ ਕਿੱਥੋਂ? ਰਸ਼ੀਅਨ ਕ੍ਰਾਂਤੀ ਤੋਂ ਲਿਆ, 1917 ਦੇ ਵਿੱਚ ਹੋਈ ਸੀ। ਇਕੁਅਲਿਟੀ, ਸਟੇਟਸ ਆਫ ਯੂਨਿਟੀ ਔਰ ਭਾਈਚਾਰੇ ਦੀ ਭਾਵਨਾ ਵੀ ਇਹਦੇ 'ਚ। ਲਿਬਰਟੀ ਵੀ ਆ। ਲਿਬਰਟੀ ਕਾਹਦੀ ਦਿਖਾਉਂਦਾ? ਥਾਟ, ਐਕਸਪ੍ਰੈਸ਼ਨ, ਬਲੀਫ, ਫੇਥ, ਵਰਸ਼ਿਪ। ਤਾਂ ਇਹ ਚੀਜ਼ਾਂ ਨੇ ਜਿਹੜੀਆਂ ਕਿ ਇਹਦੇ ਨਾਲ ਆਪਣੇ ਆਉਂਦੀਆਂ ਨੇ। ਬਾਕੀ ਬੱਚੇ ਦੇਖੋ ਇੰਨਾ ਕੁ ਤਾਂ ਹੁਣ ਇਹਦੇ 'ਚ ਪੋਸੀਬਲ ਆ, ਕਿਉਂਕਿ ਨਹੀਂ ਤਾਂ ਫਿਰ ਆਪਣਾ ਪ੍ਰੈਂਬਲ ਦੇ ਬਾਰੇ ਹੀ ਸਾਰੀ ਵੀਡੀਓ ਆਪਣੀ ਕੰਟੈਂਟ ਆ ਜਿਹੜਾ ਇਹਦੇ ਨਾਲ ਹੀ ਚੱਲੂਗਾ। ਓਕੇ, ਤਾਂ ਹੁਣ ਇੰਨਾ ਕੁ ਤੁਸੀਂ ਪ੍ਰੈਂਬਲ ਦੇ ਬਾਰੇ ਨੋਟ ਕੀਤਾ ਹੋਊਗਾ। ਆਈ ਥਿੰਕ ਤੁਹਾਨੂੰ ਕੁਛ ਨਾ ਕੁਛ ਨਵਾਂ ਸਿੱਖਣ ਨੂੰ ਮਿਲਿਆ ਹੋਊਗਾ। ਅਗਰ ਬੱਚੇ ਵੀਡੀਓ ਤੁਹਾਨੂੰ ਪਸੰਦ ਆ ਰਹੀ ਆ ਦੈਨ ਹਿੱਟ ਦ ਲਾਈਕ ਬਟਨ ਐਂਡ ਆਪਣਾ ਕਮੈਂਟ ਕਰਕੇ ਤੁਸੀਂ ਫੀਡਬੈਕ ਬੱਚੇ ਜ਼ਰੂਰ ਦਿਆ ਕਰੋ। ਇਸ ਤੋਂ ਬਾਅਦ ਆਪਾਂ ਚੌਥੇ ਕੁਐਸਚਨ ਦੀ ਗੱਲ ਕਰੀਏ। ਦੇਖੋ ਬੱਚੇ ਵੀਡੀਓ ਕੁਐਸਚਨ ਤਾਂ ਬਹੁਤ ਹੁੰਦੇ ਆ, ਆਪਾਂ ਫੈਕਟ ਤੁਹਾਨੂੰ ਪੂਰੀ ਰੀਜ਼ ਨਾਲ ਕਰਵਾਈਦੇ ਆ ਵੀ ਤੁਹਾਡਾ ਕੁਐਸਚਨ ਕੋਈ ਉਹਨਾਂ ਨੂੰ ਦੁਬਾਰਾ ਤੋਂ ਦੇਖਣਾ ਨਾ ਪਵੇ ਉਹ ਚੀਜ਼। ਤਾਂ ਹੁਣ ਆਪਾਂ ਗੱਲ ਕਰਨੀ ਆ ਚੌਥੇ ਕੁਐਸਚਨ ਦੀ। ਕੌਨਕਰੈਂਟ ਲਿਸਟ ਇਨਕਲੂਡਡ ਇਨ ਇੰਡੀਅਨ ਕੌਨਸਟੀਟਿਊਸ਼ਨ ਇਜ਼ ਗਿਵਨ ਬਾਏ। ਹੁਣ ਜਿਹੜਾ ਆਪਣੇ ਕੌਨਕਰੈਂਟ ਲਿਸਟ ਆ ਸੰਵਿਧਾਨ ਦੇ ਵਿੱਚ, ਹੁਣ ਇਹ ਲਿਸਟ ਕੀ ਆ? ਹੁਣ ਲਿਸਟ ਇੱਕ ਸੂਚੀ ਹੁੰਦੀ ਆ, ਤਾਂ ਇਹ ਕੌਨਕਰੈਂਟ ਲਿਸਟ ਆਪਣੇ, ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਸੰਵਿਧਾਨ ਦੇ ਵਿੱਚ ਆਪਣੇ ਸ਼ਡਿਊਲ ਨੇ, ਤਾਂ ਸ਼ਡਿਊਲ ਦੇ ਵਿੱਚੋਂ ਇੱਕ 7ਵਾਂ ਸ਼ਡਿਊਲ ਆ, ਸ਼ਡਿਊਲਸ ਦੇ ਵਿੱਚੋਂ ਇੱਕ 7ਵਾਂ ਸ਼ਡਿਊਲ ਆ। ਉਹਦੇ ਬਾਰੇ ਕੱਲ੍ਹ ਵੀ ਗੱਲ ਕੀਤੀ ਗਈ ਸੀ। ਕੱਲ੍ਹ ਦੀ ਕਲਾਸ ਜਿਹਨੇ ਨਹੀਂ ਦੇਖੀ ਬੱਚੇ ਉਹ ਦੇਖ ਲਿਓ, ਤਾਂ ਤੁਹਾਡੇ ਲਈ ਬਹੁਤ ਜ਼ਿਆਦਾ ਹੈਲਪਫੁਲ ਰਹੂਗੀ ਉਹ ਵਾਲੀ ਕਲਾਸ। ਤਾਂ ਉਹਦੇ 'ਚ ਇਹ ਚੀਜ਼ ਬਾਰੇ ਕਰਵਾਇਆ ਗਿਆ ਤੁਹਾਨੂੰ, ਸ਼ਡਿਊਲਸ ਦੇ ਬਾਰੇ। ਸ਼ਡਿਊਲਸ ਦੇ ਬਾਰੇ ਤਾਂ ਨਹੀਂ ਕਹਿ ਸਕਦਾ ਮੈਂ ਤੁਹਾਨੂੰ ਕਰਵਾਇਆ, ਬਟ ਇਹਦੇ ਬਾਰੇ ਜ਼ਰੂਰ ਕਰਵਾਇਆ ਸੀ ਮੈਂ 7ਵੇਂ ਸ਼ਡਿਊਲ ਦੇ ਬਾਰੇ। ਦੇਖੋ ਇਹ ਅਸੀਂ ਕਿੱਥੋਂ ਲਏ ਆ? ਆਸਟ੍ਰੇਲੀਆ ਤੋਂ। ਤਾਂ ਜਿਹੜੀਆਂ ਇਹ ਲਿਸਟਾਂ ਨੇ ਇਹ ਕਿਹੜੇ ਸ਼ਡਿਊਲ ਦੇ ਵਿੱਚ ਨੇ? 7th ਸ਼ਡਿਊਲ ਦੇ ਵਿੱਚ ਹੈਗੀਆਂ ਨੇ। ਕਿੰਨੀਆਂ ਲਿਸਟਸ ਨੇ? 3। ਪਹਿਲੀ ਹੈਗੀ ਆ ਯੂਨੀਅਨ ਲਿਸਟ, ਸੈਕੰਡ ਸਟੇਟ ਲਿਸਟ ਐਂਡ ਥਰਡ ਵਨ ਕੌਨਕਰੰਟ ਲਿਸਟ। ਹੁਣ ਇਹ 3 ਲਿਸਟਾਂ ਨੇ। ਜਿਹੜੀ ਯੂਨੀਅਨ ਹੁੰਦੀ ਆ ਉਹਦੇ 'ਤੇ ਇਕੱਲੀ ਕੇਂਦਰ ਸਰਕਾਰ ਫੈਸਲੇ ਲਊਗੀ, ਸਟੇਟ ਲਿਸਟ 'ਤੇ ਸਟੇਟ ਗਵਰਨਮੈਂਟ ਲਊਗੀ। ਜਿਹੜੀ ਕੌਨਕਰੰਟ ਆ ਉਹਦੇ ਵਿੱਚ ਦੋਨੋਂ ਹੀ ਫੈਸਲੇ ਕਰ ਸਕਦੇ ਆ। ਸਟਾਰਟਿੰਗ ਦੇ ਵਿੱਚ ਸ਼ਡਿਊਲ ਕਿੰਨੇ ਸੀਗੇ? ਸ਼ੁਰੂ ਦੇ ਵਿੱਚ ਸ਼ਡਿਊਲ ਸੀਗੇ 8, ਬਟ ਨਵੇਂ ਕਰਕੇ ਵਧਾ ਕੇ ਹੋ ਗਏ 8 ਤੋਂ 12। ਫਸਟ ਦੇ ਵਿੱਚ ਕੀ ਆ? ਸਟੇਟ ਐਂਡ ਯੂਟੀ ਦੇ ਬਾਰੇ ਆ। ਦੂਸਰੇ ਦੇ ਵਿੱਚ
ਬੱਚੇ ਦੇਖੋ ਜਿਹੜਾ ਆਪਣਾ ਫਸਟ ਸ਼ਡਿਊਲ ਆ ਇਹਦੇ 'ਚ ਕੀ ਆ, ਇਹਦੇ ਬਾਰੇ ਆਈ ਥਿੰਕ ਸਲਾਈਡ ਐਡ ਕੀਤੀ ਤਾਂ ਸੀ, ਇੱਕ ਮਿੰਟ ਬੱਚੇ ਆ ਗਈ। ਤਾਂ ਦੇਖੋ ਫਸਟ ਸ਼ਡਿਊਲ ਆਫ ਦਾ ਇੰਡੀਅਨ ਕੌਂਸਟੀਟਿਊਸ਼ਨ ਇਹਦੇ 'ਚ ਕੀ ਆ, ਸਟੇਟਸ ਐਂਡ ਯੂਨੀਅਨ ਟੈਰੀਟਰੀ ਦੇ ਬਾਰੇ ਇਹਨਾਂ ਦੇ ਨੇਮ ਵਗੈਰਾ ਨੇ। ਜਿਹੜਾ ਸੈਕੰਡ ਸ਼ਡਿਊਲ ਆ ਇਹਦੇ 'ਚ ਕੀ ਆ, ਇਹਨਾਂ ਦੀਆਂ ਸੈਲਰੀ, ਅਲਾਉੈਂਸ ਐਂਡ ਪੈਨਸ਼ਨ ਵਗੈਰਾ ਨੇ ਜਿਹੜੀਆਂ ਉਹ ਇਹਦੇ 'ਚ ਆ ਜਾਂਦੀਆਂ ਨੇ। ਤਾਂ ਹੁਣ ਇਹਦੇ 'ਚ ਤੁਹਾਨੂੰ ਆਊਗਾ ਵੀ ਕਿਹੜੇ ਕਿਹੜੇ ਨੇ ਬੰਦੇ ਜਿਹੜੇ ਇਹਦੇ 'ਚ ਕਾਊਂਟ ਕੀਤੇ ਜਾਂਦੇ ਆ, ਕਿਹੜੀ ਕਿਹੜੀ ਪੋਸਟ ਦੇ ਰੈਂਕ ਦੇ ਨੇ। ਤਾਂ ਇਹਦੇ 'ਚ ਆਉਂਦੇ ਨੇ P52 ਜਾਣੀ ਕਿ ਆਪਣੇ ਪ੍ਰੈਜ਼ੀਡੈਂਟ, ਡਿਪਟੀ ਸਪੀਕਰ ਲੋਕ ਸਭਾ, ਸਪੀਕਰ ਲੋਕ ਸਭਾ, ਗਵਰਨਰ ਲੋਕ ਸਭਾ ਜਾਂ ਲੈਜਿਸਲੇਟਿਵ ਅਸੈਂਬਲੀ ਦੇ, ਚੇਅਰਮੈਨ ਐਂਡ ਡਿਪਟੀ ਚੇਅਰਮੈਨ ਰਾਜ ਸਭਾ ਅਤੇ ਲੈਜਿਸਲੇਟਿਵ ਕੌਂਸਲ ਦੇ, ਕੈਗ ਜਾਣੀ ਕਿ ਕੰਟਰੋਲਰ ਆਡੀਟਰ ਜਨਰਲ, ਆਲ ਜੱਜਸ ਆਫ ਸੁਪਰੀਮ ਕੋਰਟ ਐਂਡ ਹਾਈ ਕੋਰਟ, ਉਹ ਸਾਰੇ ਸੈਕੰਡ ਸ਼ਡਿਊਲ ਦੇ ਅਧੀਨ ਕਵਰ ਕੀਤੇ ਜਾਂਦੇ ਆ। ਇਸ ਤੋਂ ਬਾਅਦ ਜਿਹੜਾ ਥਰਡ ਸ਼ਡਿਊਲ ਆ ਇਹਦੇ 'ਚ ਆਉਂਦੀ ਆ ਉਹਨਾਂ ਦੀ ਓਥ ਐਂਡ ਐਫਰਮੇਸ਼ਨ, ਮਤਲਬ ਕਿ ਸੌਹਾਂ। ਤਾਂ ਹੁਣ ਇਹ ਕਿੰਨਾਂ ਦੀਆਂ ਨੇ, ਜਿਹੜੇ ਯੂਨੀਅਨ ਗਵਰਨਮੈਂਟ ਦੇ ਜਿੰਨੇ ਮੰਤਰੀ ਨੇ ਉਹਨਾਂ ਦੀਆਂ, ਲੋਕ ਸਭਾ ਦੇ ਰਾਜ ਸਭਾ ਦੇ ਮੈਂਬਰ ਨੇ ਉਹਨਾਂ ਦੀਆਂ, ਸੁਪਰੀਮ ਕੋਰਟ ਦੇ ਜਿੰਨੇ ਜੱਜ ਨੇ ਉਹਨਾਂ ਦੀਆਂ, ਕੈਗ ਦੀ ਸਹੁੰ, ਆਲ ਮਿਨਿਸਟਰ ਆਫ ਸਟੇਟ ਗਵਰਨਮੈਂਟ, ਮਤਲਬ ਜਿੰਨੇ ਮਿਨਿਸਟਰ ਨੇ ਚਾਹੇ ਸਟੇਟ ਗਵਰਨਮੈਂਟ ਦੇ ਆ ਚਾਹੇ ਉਹ ਕੇਂਦਰ ਸਰਕਾਰ ਦੇ ਆ, ਉਹ ਸਾਰੇ, ਸੁਪਰੀਮ ਕੋਰਟ ਦੇ ਸਾਰੇ ਜੱਜ, ਕੈਗ, ਲੋਕ ਸਭਾ ਰਾਜ ਸਭਾ ਦੋਨਾਂ ਦੇ ਮੈਂਬਰ ਮਤਲਬ ਵਿੱਚ ਹੀ ਆ ਗਏ ਉਹਦੇ 'ਤੇ। ਫਿਰ ਜਿਹੜੀਆਂ ਸਟੇਟ ਦੇ ਵਿੱਚ ਵਿਧਾਨ ਸਭਾ ਅਤੇ ਵਿਧਾਨ ਪ੍ਰੀਸ਼ਦ ਹੁੰਦੀ ਆ ਉਹਨਾਂ ਦੋਨਾਂ ਦੇ ਮੈਂਬਰ ਅਤੇ ਹਾਈ ਕੋਰਟ ਦੇ ਸਾਰੇ ਜੱਜ, ਇਹਨਾਂ ਸਾਰਿਆਂ ਦੀ ਸਹੁੰ ਕਵਰ ਕੀਤੀ ਜਾਂਦੀ ਆ ਤੀਸਰੇ ਸ਼ਡਿਊਲ ਦੇ ਨਾਲ। ਤਾਂ ਜਿਹੜਾ ਚੌਥਾ ਸ਼ਡਿਊਲ ਆ ਇਹਦੇ 'ਚ ਰਾਜ ਸਭਾ ਦੀਆਂ ਸੀਟਾਂ ਦੀ ਵੰਡ ਕੀਤੀ ਜਾਂਦੀ ਆ। ਤਾਂ ਤੁਸੀਂ ਬਸ ਇੱਕ ਓਵਰਵਿਊ ਜਿਹਾ ਰੱਖਣਾ ਇਹਦੇ ਲਈ, ਯਾਦ ਕਰਨ ਦੇ ਲਈ। ਫਿਫਥ ਸ਼ਡਿਊਲ ਆ ਇਹਦੇ 'ਚ ਕੀ ਆ, ਸ਼ਡਿਊਲ ਏਰੀਆ ਅਤੇ ਸ਼ਡਿਊਲ ਟਰਾਈਬ। ਇਹਦੇ ਲਈ ਆਰਟੀਕਲ ਜਿਹੜਾ ਡੀਲ ਕਰਦਾ 244(1), ਓਕੇ, ਇਹ ਡੀਲ ਕਰਦਾ। ਫਿਰ ਇਸ ਤੋਂ ਬਾਅਦ ਜਿਹੜਾ ਸੇਮਾ ਗਾ ਇਹਦੇ ਲਈ 244 ਦਾ ਸਬ ਕਲੌਜ਼ 2, ਤਾਂ ਇਹ ਹੈਗਾ ਸੇਮਾ ਸ਼ਡਿਊਲ। ਤਾਂ ਇਹਨਾਂ ਦੇ ਬਾਰੇ ਵੀ ਮੈਂ ਤੁਹਾਨੂੰ ਕੱਲ੍ਹ ਦੱਸਿਆ ਸੀ ਵੀ ਇੱਥੇ ਪੀਸਾ ਐਕਟ ਲੱਗਦਾ, ਇੱਥੇ ਜਿਹੜਾ ਪੰਚਾਇਤੀ ਰਾਜ ਸਿਸਟਮ ਆਪਣਾ ਉਹ ਨਹੀਂ ਕੰਮ ਕਰਦਾ, ਤਾਂ ਇੱਥੇ ਪੀਸਾ ਐਕਟ 1996 ਵਾਲਾ ਕੰਮ ਕਰਦਾ। ਤਾਂ ਇਹ ਦੂਆ 7ਵੇਂ ਦੇ ਵਿੱਚ ਆ ਗਈਆਂ ਲਿਸਟਾਂ, ਯੂਨੀਅਨ, ਸਟੇਟ ਔਰ ਕੌਨਕਰੈਂਟ ਲਿਸਟ। ਤਾਂ ਇਹਦੇ 'ਚ 100 ਸਬਜੈਕਟ, ਸਟੇਟ ਵਾਲੀ 'ਚ 61, ਇਹਦੇ 'ਚ 52 ਸਬਜੈਕਟ। ਅਤੇ ਜੇ ਗੱਲ ਕਰੀਏ ਵੀ ਸ਼ੁਰੂ 'ਤੇ ਕਿੰਨੇ ਸੀ, ਇਹਦੇ 'ਚ 97 ਸੀ, ਇਹਦੇ 'ਚ 66 ਸੀ, ਇਹਦੇ 'ਚ 47 ਸੀ। ਤਾਂ ਇਹਦੇ 'ਚੋਂ 5 ਘਟਾ ਤੇ ਔਰ ਇਹਦੇ 'ਚ ਜੋੜ ਤੇ, ਠੀਕ ਆ। ਤਾਂ ਇਸ ਤੋਂ ਬਾਅਦ ਜਿਹੜੀ ਯੂਨੀਅਨ ਲਿਸਟ ਆ ਉਹਦੇ 'ਚ ਮੇਨ ਜਾਂ ਕੀ ਆ ਜਾਂਦਾ, ਸਿਟੀਜ਼ਨਸ਼ਿਪ ਇਹਨਾਂ ਕੋਲ ਆਉਂਦੀ ਆ, ਕਰੰਸੀ ਬਾਰੇ ਆ ਇਹਨਾਂ ਕੋਲ ਆ, ਮਾਈਨਸ ਆ, ਰੇਲਵੇ ਆ, ਆਪਣੀ ਫੋਰਨ ਪੋਲਿਸੀ ਆ, ਡਿਫੈਂਸ ਆ, ਕੋਆਪਰੇਸ਼ਨ ਟੈਕਸ ਆ, ਸ਼ੇਅਰ ਮਾਰਕੀਟ ਆ, ਇੰਸ਼ੋਰੈਂਸ ਮਾਰਕੀਟ ਆ, ਬੈਂਕਿੰਗ ਆ, ਐਟੋਮਿਕ ਐਨਰਜੀ ਆ, ਇਨਕਮ ਟੈਕਸ ਆ, ਵਾਰ ਐਂਡ ਪੀਸ ਆ, ਪੋਸਟ ਆਫਿਸ ਸੇਵਿੰਗ ਸਕੀਮ ਆ। ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹ ਕਿਹਦੇ 'ਚ ਆਉਂਦੀਆਂ ਨੇ, ਆਪਣਾ ਯੂਨੀਅਨ ਲਿਸਟ ਦੇ ਵਿੱਚ ਆਉਂਦੀਆਂ। ਤਾਂ ਹੁਣ ਤੁਸੀਂ ਕਹੋਗੇ ਵੀ ਸਾਰੀਆਂ ਚੀਜ਼ਾਂ ਤਾਂ ਯੂਨੀਅਨ ਲਿਸਟ ਨੇ ਕਵਰ ਕਰਤੀਆਂ, ਦੈਨ ਫਿਰ ਸਟੇਟ ਲਿਸਟ ਦੇ ਲਈ ਕੀ ਬਚਿਆ। ਤਾਂ ਸਟੇਟ ਲਿਸਟ ਦੇ ਵਿੱਚ ਆਉਂਦਾ ਲਾਅ ਐਂਡ ਆਰਡਰ ਆ ਜਾਂਦਾ, ਠੀਕ ਆ, ਪਬਲਿਕ ਆਰਡਰ ਆ ਜਾਂਦਾ, ਲੈਂਡ ਰੈਵੈਨਿਊ, ਐਗਰੀਕਲਚਰ ਟੈਕਸ, ਐਨੀਮਲ ਹਸਬੈਂਡਰੀ, ਮਾਰਕੀਟ ਐਂਡ ਫੇਅਰ, ਐਲਕੋਹਲ, ਬੈਟਿੰਗ ਮਤਲਬ ਸੱਟਾਬਾਜੀ ਕਹਿੰਦੇ ਆ ਜਿਹਨੂੰ, ਪਬਲਿਕ ਹੈਲਥ, ਫਿਸ਼ਰੀ ਹੋ ਗਈ, ਐਗਰੀਕਲਚਰ ਇਰੀਗੇਸ਼ਨ ਹੋ ਗਈ। ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਟੇਟ ਲਿਸਟ ਦੇ ਵਿੱਚ ਆ ਜਾਂਦੀਆਂ। ਜਦੋਂ ਹੁਣ ਆਪਾਂ ਯੂਨੀਅਨ ਲਿਸਟ ਔਰ ਸਟੇਟ ਲਿਸਟ ਦੇ ਵਿੱਚ ਸਾਰਾ ਕੁਛ ਹੀ ਤਕਰੀਬਨ ਕਵਰ ਕਰਤਾ, ਤਾਂ ਫਿਰ ਹੁਣ ਜਿਹੜੀ ਕੌਨਕਰੈਂਟ ਆ ਫਿਰ ਇਹਦਾ ਮਤਲਬ ਕੀ ਰਹਿ ਗਿਆ। ਤਾਂ ਕੌਨਕਰੈਂਟ ਦੇ ਵਿੱਚ ਕੀ ਆ, 52 ਸਬਜੈਕਟ ਆਪਾਂ ਜਿਹਦੇ ਵਿੱਚ ਰੱਖੇ ਆ। ਐਜੂਕੇਸ਼ਨ ਦੇਖੋ ਸਟੇਟ ਵੀ ਬਣਾ ਸਕਦੀ ਹੈ ਉਹਦੇ ਲਈ, ਤਾਂ ਉਹਦੇ ਲਈ ਰਾਜ ਸਰਕਾਰ ਵੀ, ਤਾਂ ਇਹ ਦੋਨਾਂ ਦੇ ਲਈ ਜ਼ਰੂਰੀ ਆ ਐਜੂਕੇਸ਼ਨ। ਫਿਰ ਪਾਪੂਲੇਸ਼ਨ ਐਂਡ ਫੈਮਿਲੀ ਪਲਾਨਿੰਗ, ਤਾਂ ਇਹ ਵੀ ਨਿਊਜ਼ਪੇਪਰ ਆ, ਉਹ ਵੀ IPC, CRPC, ਵੇਟ ਐਂਡ ਮੀਜ਼ਰ, ਇਹ ਚੀਜ਼ਾਂ ਨੇ ਜਿਹੜੀਆਂ ਸੋਸ਼ਲ ਐਂਡ ਇਕਨੋਮਿਕ ਪਲਾਨਿੰਗ, ਇਲੈਕਟ੍ਰੀਸਿਟੀ, ਨਿਊਜ਼ਪੇਪਰ, ਇਹ ਕੌਨਕਰੈਂਟ ਲਿਸਟ ਦੇ ਵਿੱਚ ਨੇ। ਡਨ। ਫਿਰ ਜਿਹੜਾ 8ਵਾਂ ਸ਼ਡਿਊਲ ਆ, 8ਵਾਂ ਸ਼ਡਿਊਲ ਹੈਗਾ ਭਾਸ਼ਾ ਦੇ ਨਾਲ ਰਿਲੇਟਡ। ਤਾਂ ਇਹਦੇ 'ਚ ਉਦੋਂ 14 ਸੀ ਬਟ ਹੁਣ 22 ਨੇ। ਤਾਂ ਇਹਦੇ 'ਚ ਇੰਗਲਿਸ਼, ਭੋਜਪੁਰੀ, ਰਾਜਸਥਾਨੀ ਸੰਵਿਧਾਨ ਦੇ ਵਿੱਚ ਨਹੀਂ ਹੈਗੀਆਂ। ਤਾਂ ਤੁਸੀਂ ਚਲੋ ਇਹਨਾਂ ਨੂੰ ਬੱਚੇ ਹੁਣ ਆਪਾਂ ਸਾਰਾ ਇਦੂ ਗਾਹਾਂ ਨਹੀਂ ਜਾਂਦੇ। ਜਿਹੜਾ ਇੱਕ 9ਵਾਂ ਗਾ, 9ਵੇਂ ਦੇ ਬਾਰੇ ਅੱਗੇ ਆਪਣੀ ਗੱਲਬਾਤ ਹੋਊਗੀ। ਤਾਂ ਇਹ ਸੀ ਆਪਣੇ ਸ਼ਡਿਊਲਸ ਦੇ ਬਾਰੇ ਇੰਪੋਰਟੈਂਟ ਫੈਕਟ। ਉਮੀਦ ਕਰਦਾ ਵੀ ਤੁਹਾਨੂੰ ਇਹ ਵੀ ਪੁਆਇੰਟ ਕਲੀਅਰ ਹੋ ਗਏ ਹੋਣਗੇ। ਤਾਂ ਹੁਣ ਆਪਾਂ ਆਪਣੇ ਪੁਆਇੰਟ 'ਤੇ ਆਉਂਦੇ ਹਾਂ। ਚਲੋ ਇਹਦਾ ਆਨਸਰ ਤੁਹਾਨੂੰ ਪਤਾ ਲੱਗ ਗਿਆ ਵੀ ਇਹਦਾ ਆਨਸਰ ਸੀਗਾ ਆਸਟ੍ਰੇਲੀਆ। ਤਾਂ ਇਹਦੇ ਬਾਰੇ ਬੱਚੇ ਤੁਹਾਨੂੰ ਸਾਰੇ ਫੈਕਟ ਕਲੀਅਰ ਹੋ ਗਏ ਹੋਣਗੇ। ਇਸ ਤੋਂ ਬਾਅਦ 5ਵਾਂ ਕੁਐਸਚਨ ਆ। 5ਵੇਂ ਕੁਐਸਚਨ ਦਾ ਆਨਸਰ ਬੱਚੇ ਤੁਸੀਂ ਕਮੈਂਟ ਕਰਕੇ ਦੱਸਣਾ, ਕਿਉਂਕਿ ਵੀਡੀਓ ਆਲਰੇਡੀ ਬਹੁਤ ਜ਼ਿਆਦਾ ਲੰਬੀ ਹੋ ਗਈ ਹੈ, ਤਕਰੀਬਨ ਘੰਟੇ 40-50 ਮਿੰਟ ਦੇ ਆਈ ਥਿੰਕ ਲਵੇ ਤਾਂ ਹੋਈ ਗਈ ਹੋਣੀ ਆ। ਤਾਂ ਬਹੁਤ ਜ਼ਿਆਦਾ ਲੰਬੀ ਹੋ ਜੂ। ਦੇਖੋ ਬੱਚੇ, ਆਪਾਂ ਕੁਐਸਚਨ ਤੁਹਾਨੂੰ ਚਾਹੇ ਗਿਣਤੀ ਦੇ ਸਿਰਫ 30 ਤੋਂ 50 ਕਰਵਾਈਏ ਉਦੋਂ ਤੱਕ ਪੋਲਿਟੀ ਦੇ, ਪਰ ਇਹਦੇ ਵਿੱਚ ਤੁਹਾਡੀ ਪੂਰੀ ਪੋਲਿਟੀ ਆਪਾਂ ਕਵਰ ਕਰਵਾ ਦੇਣੀ ਆ। ਜਿਹੜੇ ਟੌਪਿਕ ਨੂੰ ਹੱਥ ਲਾ ਲਿਆ ਉਹਨੂੰ ਆਪਾਂ ਤਕਰੀਬਨ 80-90% ਤੱਕ ਕਵਰ ਕਰ ਦੇਣਾ ਇੱਕ ਕੁਐਸਚਨ ਦੇ ਨਾਲ ਨਾਲ।
ਤਾਂ ਕਿੰਨੇ ਉਹਦੇ ਚੋਂ ਇੰਪੋਰਟੈਂਟ ਫੈਕਟ ਹੁੰਦੇ ਆ ਸਾਰੇ ਆਪਾਂ ਤੁਹਾਨੂੰ ਕਵਰ ਕਰਵਾਉਣੇ ਆ। ਤਾਂ 5ਵੇਂ ਕੁਐਸਚਨ ਤੋਂ ਲੈ ਕੇ ਕੁਐਸਚਨ ਆਪਣੇ ਕੋਲ ਹੋਰ ਵੀ ਹੈਗੇ ਆ, ਅੱਜ ਦੀ ਵੀਡੀਓ ਦੇ ਵਿੱਚ ਵੀ ਕਰਵਾ ਸਕਦੇ ਆ, ਪਰ ਵੀਡੀਓ ਬਹੁਤ ਜ਼ਿਆਦਾ ਲੈਂਥੀ ਹੋ ਜਾਂਦੀ ਹੈ ਬੱਚੇ, ਮੈਨੂੰ ਬੋਲਣਾ ਵੀ ਉਹਨਾਂ ਟਾਈਮ ਔਖਾ ਔਰ ਤੁਹਾਨੂੰ ਇੱਕ ਟਾਈਮ ਬੈਠ ਕੇ ਸੁਣਨਾ ਨੋਟ ਕਰਨਾ ਵੀ ਔਖਾ। ਤਾਂ ਤੁਸੀਂ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਅੱਗੇ ਸ਼ੇਅਰ ਕਰਨਾ, ਔਰ ਜਿਨ੍ਹਾਂ ਨੂੰ PDF ਚਾਹੀਦਾ ਉਹ ਟੈਲੀਗ੍ਰਾਮ ਤੇ ਜੁਆਇਨ ਕਰ ਸਕਦੇ ਆ ਸਾਨੂੰ, ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਪ੍ਰੋਵਾਈਡ ਕਰਵਾਇਆ ਜਾਊਗਾ। ਔਰ ਜਿਹੜੇ ਬੱਚੇ ਚੈਨਲ ਦੇ ਉੱਪਰ ਨਵੇਂ ਆ ਬੱਚੇ, ਉਹ ਚੈਨਲ ਨੂੰ ਸਬਸਕ੍ਰਾਈਬ ਕਰੋ। ਔਰ ਤੁਸੀਂ ਵੀ ਜਿਹੜੇ ਵੀਡੀਓਜ਼ ਨੂੰ ਦੇਖਦੇ ਆ, ਤੁਹਾਨੂੰ ਕੰਟੈਂਟ ਚੰਗਾ ਲੱਗਦਾ ਬੱਚੇ, ਪਲੀਜ਼ ਰਿਕੁਐਸਟ ਆ ਵੀ ਤੁਸੀਂ ਕਮੈਂਟ ਕਰਕੇ ਆਪਣਾ ਫੀਡਬੈਕ ਜ਼ਰੂਰ ਦਿਆ ਕਰੋ। ਚਾਹੇ ਤੁਹਾਨੂੰ ਕਿਵੇਂ ਵੀ ਲੱਗਦਾ, ਕ੍ਰਿਟਿਸਾਈਜ਼ ਕਰਨਾ ਤੁਸੀਂ ਉਹ ਵੀ ਕਰ ਸਕਦੇ ਹੋ ਕਿ ਤੁਹਾਨੂੰ ਪਸੰਦ ਨਹੀਂ ਵੀ ਆ ਰਿਹਾ, ਦੈਨ ਐਪਰੀਸ਼ੀਏਟ ਕਰਾਂਗੇ ਅਸੀਂ ਫਿਰ ਵੀ ਤੁਹਾਨੂੰ ਵੀ ਹਾਂ ਤੁਸੀਂ ਕਮੈਂਟ ਕੀਤਾ। ਤਾਂ ਬੱਚੇ ਤੁਸੀਂ ਜਿਵੇਂ ਦਾ ਤੁਹਾਨੂੰ ਲੱਗਦਾ, ਤੁਸੀਂ ਚੈਨਲ ਦੇ ਬਾਰੇ, ਪੜ੍ਹਾਉਣ ਦੇ ਤਰੀਕੇ ਬਾਰੇ, ਕੰਟੈਂਟ ਬਾਰੇ ਜਿਹੜੇ ਤੁਹਾਡੇ ਵਿਚਾਰ ਨੇ ਉਹ ਤੁਸੀਂ ਜ਼ਰੂਰ ਰੱਖੋ, ਤਾਂ ਜੋ ਬਾਕੀਆਂ ਨੂੰ ਦੇਖ ਕੇ ਪਤਾ ਲੱਗ ਸਕੇ ਵੀ ਹਾਂ ਤੁਹਾਨੂੰ ਵੀਡੀਓਜ਼ ਦੇ ਵਿੱਚ ਕਿਹੋ ਜਿਹਾ ਕੁਝ ਕਰਵਾਇਆ ਜਾ ਰਿਹਾ। ਦੇਖੋ ਬੱਚੇ, ਕਾਫੀ ਵੀਡੀਓਜ਼ ਦੇਖੀਆਂ ਨੇ ਚੈਨਲ ਤੇ, ਅਸੀਂ ਇਹ ਨਹੀਂ ਕਹਿੰਦੇ YouTube ਉੱਪਰ ਵੀ ਅਸੀਂ ਸਭ ਤੋਂ ਬੈਸਟ ਹਾਂ, ਟੀਚਰ ਬੈਸਟ ਤੋਂ ਬੈਸਟ ਹੁੰਦੇ ਆ, ਕੋਈ ਟੀਚਰ ਕਦੇ ਵੀ ਕਿਸੇ ਤੋਂ ਮਾੜਾ ਨਹੀਂ ਹੁੰਦਾ, ਕਦੇ ਕਿਸੇ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ, ਨਾ ਅਸੀਂ ਕਰੀਏ। ਦੇਖੋ ਵੀਡੀਓਜ਼ ਕਾਫੀ ਦੇਖੀਆਂ ਨੇ, ਅਸੀਂ ਵੀ ਦੇਖੀਆਂ ਨੇ, ਪਰ ਉਹਨਾਂ ਦੇ ਵਿੱਚੋਂ ਜਿਹੜੀਆਂ ਵੀਡੀਓਜ਼ ਦੇ ਵਿੱਚ ਗੱਲਾਂ ਬਾਤਾਂ ਜ਼ਿਆਦਾ ਹੁੰਦੀਆਂ, ਕੰਟੈਂਟ ਘੱਟ ਹੁੰਦਾ ਔਰ ਕੰਮ ਦਾ ਵੀ ਨਹੀਂ ਹੁੰਦਾ। ਜੇ ਕਰਵਾਇਆ ਜਾ ਰਿਹਾ ਤਾਂ ਫੋਡਰ ਮਟੀਰੀਅਲ ਬਹੁਤ ਜ਼ਿਆਦਾ ਹੁੰਦਾ, ਸਟੋਰੀਆਂ ਇੱਧਰ ਉੱਧਰ ਦੀਆਂ ਬਣਾ ਕੇ ਦੱਸੀਆਂ ਜਾਂਦੀਆਂ, ਉਹਨਾਂ ਦੀਆਂ ਵੀਡੀਓਜ਼ ਦੇ ਉੱਪਰ ਕਾਫੀ ਜ਼ਿਆਦਾ ਵਿਊਜ਼ ਹੁੰਦੇ ਆ, ਕਮੈਂਟ ਹੁੰਦੇ ਆ, ਲੋਕਾਂ ਨੇ ਤੁੰਨ ਕਮੈਂਟ ਕੀਤੇ ਹੁੰਦੇ ਆ। ਬੱਚੇ ਦੇਖੋ, ਆਪਾਂ ਤੁਹਾਨੂੰ ਟੂ ਦਾ ਪੁਆਇੰਟ ਮਟੀਰੀਅਲ ਪ੍ਰੋਵਾਈਡ ਕਰਵਾਈਦਾ, ਔਰ ਉਹ ਵੀ ਪੇਪਰ ਨੂੰ ਟੱਚ ਕਰਦਾ, ਚਾਹੇ ਤੁਹਾਨੂੰ UPSC PPSC ਦਾ ਸਪੈਸ਼ਲ ਕਹਿ ਕੇ ਕਰਵਾਇਆ ਜਾਂਦਾ ਬੱਚੇ, ਇਹ ਨਹੀਂ ਵੀ ਆਪਾਂ ਇਦੋਂ ਛੋਟੇ ਲੈਵਲ ਦਾ ਤੁਹਾਨੂੰ ਕਰਵਾ ਰਹੇ ਹਾਂ। ਉਹ ਤੁਹਾਡੀ ਨੌਲੇਜ ਅੱਗੇ ਤੁਸੀਂ ਵਨ ਲਾਈਨਰ ਨੂੰ ਕਿਵੇਂ ਟੈਕਲ ਕਰਦੇ ਹੋ, ਵੀ ਇੰਨੇ ਫੈਕਟ ਤੁਹਾਨੂੰ ਕਿਵੇਂ ਯਾਦ ਰੱਖਣੇ ਆ ਤੁਸੀਂ। ਤਾਂ ਬਾਕੀ ਆਪਣੇ ਵੱਲੋਂ ਅਸੀਂ ਕੋਈ ਕਸਰ ਨਹੀਂ ਛੱਡੀ। ਤਾਂ ਬੱਚੇ ਤੁਸੀਂ ਗੱਲਾਂ 'ਤੇ ਅਮਲ ਜ਼ਰੂਰ ਕਰਿਓ, ਆਪਣਾ ਕਮੈਂਟ ਕਰਕੇ ਫੀਡਬੈਕ ਜ਼ਰੂਰ ਦੇਣਾ। ਚੈਨਲ 'ਤੇ ਨਵੇਂ ਨੇ ਸਬਸਕ੍ਰਾਈਬ ਕਰਿਓ, ਔਰ ਕਮੈਂਟ ਕਰਨਾ, ਵੀਡੀਓ ਲਾਈਕ ਕਰਨੀ, ਟੈਲੀਗ੍ਰਾਮ ਨੂੰ ਵੀ ਜੁਆਇਨ ਕਰ ਲਿਓ। ਵੀਡੀਓ ਦੇਖਣ ਦੇ ਲਈ ਥੈਂਕ ਯੂ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਲਈ ਸਭ ਨੂੰ ਬਾਏ ਬਾਏ, ਟੇਕ ਕੇਅਰ।